ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਤੁਹਾਡਾ ਕੋਈ ਵੀ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਕਾਫੀ ਖਬਰਾਂ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਪੈਂਡੈਮਿਕ ਹੈ, ਜਿਹਦੇ ਕਰਕੇ ਐਪਲੀਕੇਸ਼ਨਸ ਪ੍ਰੋਸੈਸ ਨਹੀਂ ਹੋ ਰਹੀਆਂ। ਇਸ ਤੋਂ ਬਾਅਦ ਬੈਕਲੌਗ ਦੀ ਗੱਲ ਬਹੁਤ ਜ਼ਿਆਦਾ ਹੋਈ। ਅਜਿਹੀਆਂ ਥੋੜੀਆਂ ਮਾੜੀਆਂ ਖਬਰਾਂ ਤੋਂ ਬਾਅਦ ਹੁਣ ਆਖਿਰਕਾਰ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਕੁਝ ਵਧੀਆ ਖਬਰਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਬਹੁਤ ਚਿਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਸਟੂਡੈਂਟਸ ਦੇ ਵੱਲੋਂ ਕਿ ਉਹਨਾਂ ਦੇ ਕੰਮ ਕਰਨ ਦੇ ਸਮੇਂ ਦੇ ਵਿੱਚ ਵਾਧਾ ਕੀਤਾ ਜਾਵੇ। ਸੋ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਜਿਹੜਾ ਸਟੂਡੈਂਟਸ ਦੇ ਕੰਮ ਕਰਨ ਦੇ ਘੰਟਿਆਂ ਵਿੱਚ ਵਾਧਾ ਕੀਤਾ ਗਿਆ ਆ, ਉਹਦਾ ਅਸਰ ਕਿੰਨਾ ਸਟੂਡੈਂਟਸ ਦੇ ਉੱਤੇ ਪਏਗਾ। ਇਹਦੇ ਨਾਲ ਕੀ ਜ਼ਿਆਦਾ ਪੋਜ਼ਿਟਿਵ ਸਾਈਡਸ ਦੇਖਣ ਨੂੰ ਮਿਲਣਗੀਆਂ ਜਾਂ ਨੈਗੇਟਿਵ ਸਾਈਡਸ ਦੇਖਣ ਨੂੰ ਮਿਲਣਗੀਆਂ, ਜਾਂ ਕਿੰਨਾ ਸਟੂਡੈਂਟਸ ਦੇ ਉੱਤੇ ਇਹ ਨਵਾਂ ਜਿਹੜੀ ਆ ਛੋਟ ਦਿੱਤੀ ਗਈ ਹੈ ਇਹ ਐਪਲੀਕੇਬਲ ਹੁੰਦੀ ਹੈ। ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਮਾਪਿਆਂ ਦੀਆਂ ਅਰਜ਼ੀਆਂ ਦੇ ਬਾਰੇ ਵਿੱਚ। ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦਾ ਡਰਾ ਜੋ ਨਿਕਲਿਆ ਆ, ਕਿੰਨਿਆਂ ਨੂੰ ਇਸ ਵਕਤ ਇਨਵੀਟੇਸ਼ਨ ਭੇਜੇ ਜਾਣਗੇ, ਕਦੋਂ ਤੋਂ ਭੇਜੇ ਜਾਣਗੇ ਤੇ ਕਿਵੇਂ ਆਪਣੇ ਤੁਸੀਂ ਡਾਕੂਮੈਂਟਸ ਰੈਡੀ ਕਰਨੇ ਨੇ। ਸੋ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਨਾਲ ਦੀ ਨਾਲ ਗੱਲ ਕਰਾਂਗੇ ਉਹਨਾਂ 5 ਲੱਖ ਪ੍ਰਵਾਸੀਆਂ ਦੀ ਜੋ ਕਿ ਇਸ ਵਕਤ ਕੈਨੇਡਾ ਦੇ ਵਿੱਚ ਨੇ, ਜਿਨ੍ਹਾਂ ਕੋਲ ਡਾਕੂਮੈਂਟਸ ਨਹੀਂ ਹਨ ਜਾਂ ਐਕਸਪਾਇਰ ਹੋ ਚੁੱਕੇ ਨੇ। ਕੀ ਕੈਨੇਡਾ ਤੁਹਾਡੇ ਲਈ ਸੋਚ ਰਿਹਾ ਹੈ? ਕੀ ਤੁਹਾਨੂੰ ਕੈਨੇਡਾ ਪੱਕੇ ਕਰਨ ਜਾ ਰਿਹਾ ਹੈ? ਸੋ ਇਹਦੇ ਬਾਰੇ ਵੀ ਤੁਹਾਡੇ ਨਾਲ ਅਸੀਂ ਖਬਰ ਸਾਂਝੀ ਕਰਾਂਗੇ। ਇਮੀਗ੍ਰੇਸ਼ਨ ਸੰਬੰਧੀ ਅਜਿਹੇ ਹੋਰ ਬਹੁਤ ਸਾਰੇ ਮੁੱਦੇ ਨੇ ਜੋ ਅੱਜ ਅਸੀਂ ਪ੍ਰੋਗਰਾਮ ਵਿੱਚ ਡਿਸਕਸ ਕਰਾਂਗੇ। ਸੋ ਤੁਹਾਡੇ ਸਵਾਲਾਂ ਦੇ ਵੀ ਨਾਲ ਦੀ ਨਾਲ ਜਵਾਬ ਦੇਵਾਂਗੇ। ਲਾਈਵ ਪ੍ਰੋਗਰਾਮ ਹੈ, ਕੋਈ ਵੀ ਸਵਾਲ ਹੈ ਇਮੀਗ੍ਰੇਸ਼ਨ ਸੰਬੰਧੀ ਸਾਨੂੰ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ, ਐਨਆਰਡੀ ਰਿਪੁਦਮ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਕੀ ਹਾਲ ਚਾਲ ਸਰ? ਆਲ ਗੁੱਡ ਤਰਨ ਜੀ। ਅਕਸਰ ਆਪਾਂ ਇੱਥੇ ਬੈਠ ਕੇ ਗੱਲਬਾਤ ਕਰਦੇ ਹੁੰਦੇ ਸੀ ਬੈਕਲੌਗ ਦੇ ਬਾਰੇ ਵਿੱਚ, ਪ੍ਰੋਸੈਸ ਨਹੀਂ ਹੋ ਰਿਹਾ, ਪੇਰੈਂਟਸ ਦੀ ਐਪਲੀਕੇਸ਼ਨਸ ਕਦੋਂ ਲੱਗਣਗੀਆਂ। ਫਾਈਨਲੀ ਆ ਪਿਛਲੇ ਇੱਕ ਹਫ਼ਤੇ ਤੋਂ ਹੁਣ ਥੋੜੀਆਂ ਗੁੱਡ ਨਿਊਜ਼ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਟੂਡੈਂਟਸ ਦੀ। ਸਟੂਡੈਂਟਸ ਦੇ ਲਈ ਜਿਹੜਾ 20 ਘੰਟੇ ਤੋਂ ਵੱਧ ਦਾ ਸਮਾਂ ਦਿੱਤਾ ਗਿਆ ਵਾ, ਕਿੰਨੇ ਘੰਟੇ ਲਈ ਇਹ ਸਮਾਂ ਦਿੱਤਾ ਗਿਆ ਵਾ, ਕਿੰਨੇ ਘੰਟੇ ਕੰਮ ਕਰ ਸਕਦੇ ਆ ਤੇ ਕੌਣ-ਕੌਣ ਇਸ ਲਈ ਐਲੀਜੀਬਲ ਹੋਏਗਾ? ਤਰਨ ਜੀ, ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਕੈਨੇਡਾ ਦੇ ਵਿੱਚ, ਜਿਹੜੇ ਆਫ ਕੈਂਪਸ ਜਿਨ੍ਹਾਂ ਕੋਲ ਵਰਕ ਪਰਮਿਟ ਹੈਗਾ ਆ, ਉਹ ਦੇ ਆਰ ਆਲ ਐਲੀਜੀਬਲ ਟੂ ਵਰਕ। ਪਹਿਲਾ ਕੰਡੀਸ਼ਨ ਹੁੰਦੀ ਸੀ ਕਿ ਮੈਕਸਿਮਮ 20 ਘੰਟੇ ਕੰਮ ਕਰ ਸਕਦੇ ਸੀਗੇ, ਹੁਣ ਦੇ ਕੈਨ ਵਰਕ ਐਨੀ ਨੰਬਰ ਆਫ ਆਵਰਸ। ਇਸ ਟਾਈਮ ਤੇ ਹੈਗਾ ਕੀ ਹੈ ਜੀ ਤਰਨ ਜੀ, ਕਿ 1 ਮਿਲੀਅਨ ਤੋਂ ਜ਼ਿਆਦਾ ਵੈਕੈਂਸੀਜ਼ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੀਆਂ। ਸੋ ਇੰਪਲੋਇਰਸ ਆਰ ਰੀਅਲੀ ਫੀਲਿੰਗ ਦਾ ਬਰਨਟ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਆਪਣੇ ਵਰਕ ਫੋਰਸ ਕਿਸ ਤੋਂ ਪੂਰਾ ਕਰਨ। ਸੋ ਉਹਨਾਂ ਨੂੰ ਇੱਕ ਰਿਲੀਫ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ, ਐਂਡ ਹੋ ਸਕਦਾ ਇਹਦਾ ਰਿਲੀਫ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਾ ਕੇ ਐਪਲੀਕੈਂਟਸ ਨੂੰ ਵੀ ਮਿਲੇ ਜੀ। ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਤੁਸੀਂ ਰਿਲੀਫ ਦੀ ਗੱਲ ਕੀਤੀ ਹੈ, ਕਿਸ ਟਾਈਪ ਦਾ ਰਿਲੀਫ ਮਿਲ ਸਕਦਾ ਹੈ? ਪਹਿਲਾਂ ਸਾਡੇ ਨਾਲ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਰਾਜਵਿੰਦਰ ਆ ਜੀ। ਰਾਜਵਿੰਦਰ ਜੀ। ਹਾਂਜੀ, ਮੈਂ ਆਪਣੇ ਪੀਆਰ ਕਾਰਡ ਬਾਰੇ ਪੁੱਛਣਾ ਸੀ। ਜਦੋਂ ਮੈਂ ਪੀਆਰ ਕਾਰਡ ਨਿਊ ਕਰਵਾਇਆ ਸੀ ਤਾਂ ਉਹਨਾਂ ਨੇ ਮੇਰਾ ਸਰਨੇਮ ਗਲਤ ਲਿਖਤਾ ਸੀਗਾ। ਸੋ ਮੈਂ ਸਰਨੇਮ ਸਹੀ ਕਰਨ ਵਾਸਤੇ ਭੇਜਿਆ ਤੇ ਮੈਂ ਤੁਹਾਨੂੰ ਪੁੱਛਣਾ ਸੀ ਕਿੰਨੇ ਚਿਰ ਆਊਗਾ ਤੇ ਮੈਂ ਇੰਡੀਆ ਦਾ ਟ੍ਰੈਵਲ ਕਰ ਸਕਦੀ ਹਾਂ ਕਿ ਨਹੀਂ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ ਜੀ। ਸਰ, ਪਹਿਲਾਂ ਆਪਾਂ ਇਹਨਾਂ ਦਾ ਰਿਪਲਾਈ ਕਰ ਦਈਏ। ਇਹਨਾਂ ਨੂੰ ਟਰੈਵਲ ਨਹੀਂ ਕਰਨਾ ਚਾਹੀਦਾ ਜਦ ਤੱਕ ਪੀਆਰ ਕਾਰਡ ਕਰੈਕਸ਼ਨ ਹੋ ਕੇ ਇਹਨਾਂ ਕੋਲ ਵਾਪਸ ਨਾ ਆ ਜਾਵੇ, ਕਿਉਂਕਿ ਜਦੋਂ ਵਾਪਸ ਟਰੈਵਲ ਕਰਨਗੇ ਜੇ ਫਿਰ ਕੋਈ ਗਲਤੀ ਰਹਿ ਗਈ ਤੇ ਸ਼ੀ ਵਿਲ ਅਗੇਨ ਫੇਸ ਮਿਊਜ਼ਿਕ ਐਟ ਦੈਟ ਪੁਆਇੰਟ ਆਫ ਟਾਈਮ। ਸੋ ਇਟ ਇਜ਼ ਬੈਟਰ, ਹਾਂ, ਜੇ ਤੁਹਾਡੇ ਕੋਲ ਯੂਐਸ ਦਾ ਵੀਜ਼ਾ ਹੈਗਾ ਆ ਤੇ ਐਬਸੋਲੂਟਲੀ ਯੂ ਕੈਨ ਟਰੈਵਲ ਦੈਟ ਰਾਊਟ, ਫਿਰ ਤੁਸੀਂ ਬਿਨਾ ਪੀਆਰ ਕਾਰਡ ਦੇ ਵੀ ਟਰੈਵਲ ਕਰ ਸਕਦੇ ਹੋ। ਜੀ ਬਿਲਕੁਲ। ਤੇ ਆਪਾਂ ਵਾਪਸ ਆਪਣੇ ਟੌਪਿਕ ਤੇ ਆਈਏ। ਸਟੂਡੈਂਟਸ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਕੁਝ ਬੈਨੀਫਿਟਸ ਵੀ ਦੇਖਣ ਨੂੰ ਮਿਲ ਸਕਦੇ ਨੇ। ਬਿਲਕੁਲ ਤਰਨ ਜੀ, ਉਹ ਬੈਨੀਫਿਟਸ ਜਿਹੜੇ ਆਉਣਗੇ ਉਹ ਆਉਣ ਵਾਲਾ ਸਮੇਂ ਦੱਸੇਗਾ ਕਿ ਸਟੂਡੈਂਟਸ ਨੂੰ ਜਿਹੜੇ ਫੁੱਲ ਟਾਈਮ ਕੰਮ ਕਰ ਸਕਣਗੇ ਉਹਦਾ ਕੀ ਬੈਨੀਫਿਟ ਹੋਏਗਾ। ਬਟ ਸਭ ਤੋਂ ਇੰਪੋਰਟੈਂਟ ਚੀਜ਼ ਇੱਥੇ ਇਹ ਹੈਗੀ ਹੈ ਕਿ ਸਟੂਡੈਂਟਸ ਨੂੰ ਇਕੱਲਾ ਫੋਕਸ ਵਰਕ ਦੇ ਉੱਤੇ ਨਹੀਂ ਕਰਨਾ, ਉਹਦੇ ਨਾਲ ਨਾਲ ਉਹਨਾਂ ਨੂੰ ਫੋਕਸ ਆਪਣੀ ਪੜ੍ਹਾਈ ਦੇ ਉੱਤੇ ਹੀ ਕਰਨਾ ਹੈਗਾ। ਬਿਕੋਜ਼ ਜੇ ਉਹਨਾਂ ਦੇ ਸੋ ਜੇ ਕੋਈ ਫੇਲ ਹੋ ਜਾਂਦਾ ਹੈ, ਕੋਈ ਪੇਪਰਸ ਰਹਿ ਜਾਂਦੇ, ਕੋਈ ਸਬਜੈਕਟਸ ਰਹਿ ਜਾਂਦੇ ਤੇ ਉਹ ਵੀ ਉਹਨਾਂ ਨੂੰ ਬਾਅਦ ਚੋਂ ਤੰਗ ਕਰਨਗੇ। ਸੋ ਬਿਲਕੁਲ ਤੁਹਾਨੂੰ ਪਰਮਿਸ਼ਨ ਮਿਲ ਗਈ ਹੈ, ਤੁਸੀਂ ਜ਼ਿਆਦਾ ਘੰਟੇ ਲਗਾ ਸਕਦੇ ਹੋ, ਕੰਮ ਕਰ ਸਕਦੇ ਹੋ, ਬਟ ਪਲੀਜ਼ ਮੇਕ ਸ਼ੋਰ ਕਿ ਉਹ ਆਪਣੇ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਨੂੰ ਕੰਪਰੋਮਾਈਜ਼ ਕਿਸੇ ਹਾਲਤ ਦੇ ਵਿੱਚ ਤੁਸੀਂ ਨਹੀਂ ਕਰਨਾ। ਤੁਸੀਂ ਜਦੋਂ ਇਹਦੀ ਗੱਲ ਕਰਦੇ ਹੋ ਤੇ ਇਹਦੇ ਵਿੱਚ ਕਿਹੜੇ-ਕਿਹੜੇ ਸਟੂਡੈਂਟਸ ਨੇ ਜਿਹੜੇ ਐਲੀਜੀਬਲ ਹੋ ਸਕਦੇ ਨੇ, ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ, ਜਿਹੜੇ ਅਪਲਾਈ ਕਰਨ ਜਾ ਰਹੇ ਨੇ ਜਾਂ ਜਿਹੜੇ ਇਸ ਵਕਤ ਇੱਥੇ ਮੌਜੂਦਾ ਸਮੇਂ 'ਚ ਪੜ੍ਹ ਰਹੇ ਨੇ? ਜਿਹੜੇ ਇਸ ਟਾਈਮ ਤੇ ਮੌਜੂਦਾ ਪੜ੍ਹ ਰਹੇ ਨੇ ਤਰਨ ਜੀ, ਸੋ ਜਿਹੜੇ ਪੜ੍ਹ ਰਹੇ ਨੇ ਉਹ ਆਫ ਕੈਂਪਸ ਵਰਕ ਪਰਮਿਟ ਉਹਨਾਂ ਦੇ ਕੋਲ ਹੈਗਾ। ਸੋ ਪ੍ਰਾਈਵੇਟ ਕਾਲਜ ਦੇ ਵਿੱਚ ਪੜ੍ਹ ਰਹੇ ਨੇ। ਜਿਹੜਾ ਪ੍ਰਾਈਵੇਟ ਕਾਲਜ ਦੇ ਵਿੱਚ ਪੜ੍ਹਦਾ ਹੈਗਾ ਬੱਚਾ, ਉਹ ਵੀ ਆਫ ਕੈਂਪਸ ਵਾਸਤੇ ਐਲੀਜੀਬਲ ਹੈਗਾ। ਪੋਸਟ ਗ੍ਰੈਡ ਵਾਸਤੇ ਭਾਵੇਂ ਨਹੀਂ ਹੈਗਾ, ਬਟ ਆਫ ਕੈਂਪਸ ਵਾਸਤੇ ਐਲੀਜੀਬਲ ਹੈਗਾ। ਸੋ ਜਿਹੜੇ
ਵੀ ਸਟੂਡੈਂਟ ਇਸ ਟਾਈਮ ਤੇ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਕਿਸੇ ਵੀ DLI ਇੰਸਟੀਚਿਊਟ ਦੇ ਨਾਲ, ਉਹ ਸਾਰੇ ਬੱਚੇ ਇਸ ਟਾਈਮ ਕੰਮ ਕਰਨ, ਆਪਣੇ ਘੰਟੇ ਵੱਧ ਲਗਾਉਣ ਵਾਸਤੇ ਐਲੀਜੀਬਲ ਹੈਗੇ ਨੇ ਜੀ। ਸਰ ਜਦੋਂ ਆਪਾਂ ਫੁੱਲ ਟਾਈਮ ਵਰਕ ਦੀ ਗੱਲ ਕਰਦੇ ਹਾਂ ਫਿਰ ਤਾਂ ਇਸ ਤਰੀਕੇ ਨਾਲ ਮਤਲਬ ਜਦੋਂ ਨਾਲ ਸਟੱਡੀ ਕਰਦੇ ਹੋਏ ਉਹਨਾਂ ਦਾ ਫੁੱਲ ਟਾਈਮ ਵਰਕ ਪਰਮਿਟ ਵਾਂਗੂ ਹੀ ਇਹ ਕੰਮ ਹੋ ਰਿਹਾ, ਉਹਨੇ ਆਵਰਸ ਇਹਨਾਂ ਦੇ ਜੌਬ ਲਈ ਲੱਗ ਰਿਹਾ। ਕੀ ਇਹ ਆਵਰਸ ਫਿਰ ਉਹਨਾਂ ਲਈ ਕੱਲ ਨੂੰ PR ਲਈ ਵੀ ਕੋਈ ਹੈਲਪਫੁਲ ਹੋਣਗੇ? ਗੱਲ ਕਰਾਂਗੇ ਇਹਦੇ ਬਾਰੇ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਜੀ ਤੁਹਾਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੇਟਾ ਮਨੂ ਦੱਤਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤਾਂ ਮੈਂ ਜਿੱਦਾਂ ਦੇ ਇਮੀਗ੍ਰੇਸ਼ਨ ਵਾਲੇ ਨੂੰ ਪੁੱਛਣੀ ਚਾਹੁੰਦੀ ਹਾਂ, ਜਿੱਦਾਂ ਮੈਂ ਆਪਣੀ ਭਤੀਜੇ ਦੀ ਵਾਈਫ ਦੀ ਐਪਲੀਕੇਸ਼ਨ ਕੀਤੀ ਸੀ ਜੀ, ਤਾਂ ਉਹ ਜਿੱਦਾਂ ਉਹਨਾਂ ਨੇ ਪਹਿਲਾਂ ਸਮਝ ਰੱਖੀ, ਪਹਿਲਾਂ ਉਹ ਦੂਜੇ ਵੀ ਲੈ ਲਿਆ, ਉਹਨਾਂ ਨੇ ਫਿੰਗਰਪ੍ਰਿੰਟ ਵੀ ਲੈ ਲਏ, ਫਿਰ ਉਹਨਾਂ ਨੇ ਜਿੱਦਾਂ 6-5 ਮਹੀਨੇ ਹੋਲਡ ਰੱਖਿਆ, ਤਾਂ ਹੁਣ ਉਹਨਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਵੀ ਤੇਰੀ ਇੰਨੀ ਕਮਾਈ ਨਹੀਂ ਹੈਗੀ। ਉਹਦੀ 15,000 ਸੀ, ਉਹਦੀ ਵਾਈਫ ਦੀ 30,000 ਸੀਗੀ, ਤਾਂ 30,000 ਸੀ ਉਹਦੀ ਮਹੀਨੇ ਦੀ। ਓਕੇ। ਤਾਂ ਉਹਨਾਂ ਨੇ ਜਵਾਬ ਦੇ ਦਿੱਤਾ, ਤਾਂ ਕਹਿੰਦੇ ਆ ਕਿ ਵੀ ਤੇਰਾ ਕੋਈ ਰਿਸ਼ਤਾ ਨਹੀਂ ਹੈਗਾ ਕੈਨੇਡਾ ਦੇ ਵਿੱਚ, ਤਾਂ ਨਾਲੇ ਤੇਰੀ ਕਮਾਈ ਨਹੀਂ ਹੈਗੀ। ਕਹਿੰਦੇ ਕੋਈ ਵੀ, ਅਸੀਂ 5-4 ਮਿਲੀਅਨ ਸ਼ੋ ਕੀਤਾ ਸੀ ਇੱਧਰੋਂ, ਜਿੱਦਾਂ ਸਾਨੂੰ 45 ਸਾਲ ਆਏ ਨੂੰ ਹੋ ਗਏ ਸਾਨੂੰ ਕੈਨੇਡਾ 'ਚ। ਹੁਣ ਜੇ ਗਾਂ ਅਸੀਂ ਐਪਲੀਕੇਸ਼ਨ ਕਰਨੀ ਹੋਵੇ ਇਸ ਮੁੱਦੇ ਤੇ ਦੁਬਾਰਾ ਕਰ ਸਕਦੇ, ਕਿਉਂਕਿ ਯੂਨੀਵਰਸਿਟੀ ਤਾਂ ਬਰਥਡੇ ਤੇ ਕੀਤਾ। ਆਪਾਂ ਕੁਝ ਪੁੱਛਣਾ ਹੈ, ਆਂਸਰ ਦਈਏ। ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ। ਥੈਂਕ ਯੂ ਜੀ। ਜੀ ਸਰ। ਭੈਣ ਜੀ, ਜੋ ਸਾਨੂੰ ਸਮਝ ਆਇਆ ਉਹ ਬੇਸਿਕਲੀ ਤੁਸੀਂ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨ ਆਪਣੀ ਭਤੀਜੇ ਤੇ ਉਹਦੀ ਵਾਈਫ ਵਾਸਤੇ ਕੀਤੀ ਸੀਗੀ। ਸੋ ਰਿਫਿਊਜ਼ਲ ਆ ਗਈ ਕਿ ਡਸ ਨਾਟ ਮੈਟਰ, ਔਰ ਰਿਫਿਊਜ਼ਲ ਲੈਟਰ ਤੇ ਜਿਹੜੀ ਕੰਪਲੀਟ ਐਪਲੀਕੇਸ਼ਨ ਜਿਹੜੀ ਸਬਮਿਟ ਕੀਤੀ ਸੀਗੀ ਉਹਦੀ ਕਾਪੀ ਸਾਨੂੰ ਫਾਰਵਰਡ ਕਰ ਦਿਓ। ਲੈਟ ਅਸ ਹੈਵ ਅ ਲੁੱਕ ਐਟ ਇਟ ਐਂਡ ਲੈਟ ਮੀ ਹੈਵ ਅ ਲੁੱਕ ਐਟ ਇਟ ਐਂਡ ਸੁਜੈਸਟ ਯੂ ਕਿ ਆਪਾਂ ਕਿਹਨੂੰ ਐਡਰੈਸ ਕਰ ਸਕਦੇ ਹਾਂ, ਤੇ ਜੇ ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਕਰ ਸਕਦੇ ਹਾਂ। ਜੀ ਬਿਲਕੁਲ। ਤੇ ਸਰ ਮੈਂ ਗੱਲ ਕਰ ਰਹੀ ਸੀ ਸਟੂਡੈਂਟਸ ਦੀ ਕਿ ਜੇ ਫੁੱਲ ਟਾਈਮ ਕੰਮ ਕਰਨ ਦਾ ਇਹਨਾਂ ਨੂੰ ਮੌਕਾ ਮਿਲ ਰਿਹਾ ਤਾਂ ਕੀ ਇਹ ਜਿਹੜੇ ਵਰਕਿੰਗ ਆਵਰਸ ਹੋਣਗੇ ਕੱਲ ਨੂੰ ਇਹਨਾਂ ਦੇ PR ਪ੍ਰੋਸੈਸ ਦੇ ਵਿੱਚ ਵੀ ਇਹਨਾਂ ਦੇ ਹੈਲਪਫੁਲ ਹੋਣਗੇ? ਤਰਨ ਜੀ, ਇਹ ਆਉਣ ਵਾਲਾ ਟਾਈਮ ਦੱਸੇਗਾ। ਤਰਨ ਜੀ, ਇਸ ਤੋਂ ਖਬਰ ਤੋਂ ਪਹਿਲਾਂ ਲੈਟ ਅਸ ਗੋ ਟੂ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਤੇ, ਫਿਰ ਆਪਾਂ ਇਹਦੇ ਤੇ ਵਾਪਸ ਆ ਜਾਵਾਂਗੇ, ਬਿਕੋਜ਼ ਬੜੀ ਵੱਡੀ ਐਂਡ ਕ੍ਰੂਸ਼ਲ ਨਿਊਜ਼ ਤੁਹਾਡੇ ਕੋਲ ਪਈ ਹੈਗੀ ਹੈ। ਬਿਲਕੁਲ। ਸਭ ਤੋਂ ਪਹਿਲਾਂ ਫਿਰ ਉਹੀ ਡਿਸਕਸ ਕਰ ਲੈਂਦੇ ਆ ਕਿ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਆਪਾਂ ਨੂੰ ਹਰ ਰੋਜ਼ ਪ੍ਰੋਗਰਾਮ ਦੇ ਵਿੱਚ ਕਾਲਸ ਆਉਂਦੀ ਸੀ, ਕਦੋਂ ਰਾ ਆਏਗਾ, ਕਦੋਂ ਇਨਵੀਟੇਸ਼ਨਸ ਆਣਗੇ। 23,100 ਇਨਵੀਟੇਸ਼ਨਸ ਤੇ ਭੇਜੇ ਗਏ ਨੇ। ਸੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਤਰਨ, ਆਉਣ ਵਾਲੇ 2 ਹਫ਼ਤਿਆਂ ਦੇ ਵਿੱਚ ਇਨਵੀਟੇਸ਼ਨਸ ਆਣੇ ਹੈਗੇ ਨੇ। ਸੋ ਬੇਸਿਕਲੀ ਜਿਨ੍ਹਾਂ ਨੇ ਐਪਲੀਕੇਸ਼ਨ 2020 ਦੇ ਵਿੱਚ ਲਗਾਈ ਸੀ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦੀ, ਉਹਨਾਂ ਦੇ ਵਿੱਚੋਂ ਹੀ ਐਪਲੀਕੇਸ਼ਨਸ ਪਿਕ ਕੀਤੀਆਂ ਜਾ ਰਹੀਆਂ, ਨਵੀਆਂ ਐਪਲੀਕੇਸ਼ਨਸ ਨਹੀਂ ਲਿੱਤੀਆਂ ਜਾ ਰਹੀਆਂ। ਸੋ ਆ ਅਪਡੇਟ ਆਇਆ ਹੈਗਾ ਜੀ, ਐਂਡ ਆ ਇਨਵੀਟੇਸ਼ਨਸ ਆਣੇ ਵੀ ਸ਼ੁਰੂ ਹੋ ਚੁੱਕੇ ਨੇ ਵੀ। ਆਵਰ ਆਫਿਸ ਹੈਜ਼ ਆਲਰੇਡੀ ਰਿਸੀਵਡ ਸਮ ਇਨਵੀਟੇਸ਼ਨਸ। ਇਸ ਟਾਈਮ ਤੇ ਤਕਰੀਬਨ 1,55,000 ਐਪਲੀਕੇਸ਼ਨਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ 2020 ਦੀਆਂ ਲੱਗੀਆਂ ਸੀਗੀਆਂ। 2020 ਦੇ ਵਿੱਚ ਤਕਰੀਬਨ 10,000 ਐਪਲੀਕੇਸ਼ਨਸ ਪਿਕ ਹੋਈਆਂ ਸੀਗੀਆਂ ਜੀ। 2021 ਦੇ ਵਿੱਚ 30,000 ਐਪਲੀਕੇਸ਼ਨਸ ਪਿਕ ਹੋਈਆਂ, ਮਤਲਬ 1,95,000 ਐਪਲੀਕੇਸ਼ਨ 2020 ਦੇ ਵਿੱਚ ਫਾਈਲ ਹੋਈਆਂ ਸੀਗੀਆਂ ਜਿਨ੍ਹਾਂ ਨੇ, ਜਿਹੜੇ ਐਪਲੀਕੈਂਟਸ ਨੇ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਵਾਸਤੇ ਐਕਸਪ੍ਰੈਸ਼ਨ ਆਫ ਇੰਟਰਸਟ ਵਾਸਤੇ ਅਪਲਾਈ ਕੀਤਾ ਸੀਗਾ। ਸੋ 10,000 ਪਹਿਲੇ ਨਿਕਲ ਗਈਆਂ, 30,000 21 ਦੇ ਵਿੱਚ ਨਿਕਲ ਗਿਆ, ਹੁਣ 2022 ਦੇ ਵਿੱਚ 23,100 ਐਪਲੀਕੇਸ਼ਨਸ ਤੋਂ ਇਨਵੀਟੇਸ਼ਨਸ ਆਣਾ ਹੈਗਾ। ਸੋ ਕੁਝ ਆਣੇ ਸ਼ੁਰੂ ਹੋ ਗਏ ਨੇ ਐਂਡ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਆਉਂਦੇ ਰਹਿਣਗੇ। ਸੋ ਜਿੰਨੇ ਵੀ ਦੋਸਤਾਂ ਨੇ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ ਪੁੱਟ ਅਪ ਕੀਤੀ ਸੀਗੀ, ਦਿਸ ਇਜ਼ ਦਾ ਟਾਈਮ। ਆਪਣੇ ਈਮੇਲਸ ਤੇ ਵਾਚ ਜ਼ਰੂਰ ਰੱਖੋ। ਆਪਣੇ ਜੇ ਕੰਸਲਟੈਂਟ ਲਾਇਰ ਦੇ ਥਰੂ ਕੀਤੀ ਸੀਗੀ ਤੇ ਉਹਨਾਂ ਤੇ ਵੀ ਉਹਨਾਂ ਨਾਲ ਆਪਣਾ ਫੋਲੋ ਅਪ ਜ਼ਰੂਰ ਰੱਖੋ, ਬਿਕੋਜ਼ ਨਾਓ ਇਜ਼ ਦਾ ਟਾਈਮ। ਬਿਕੋਜ਼ 24 ਦਸੰਬਰ ਤੱਕ ਤੁਸੀਂ ਆਪਣੀ ਕੰਪਲੀਟ ਐਪਲੀਕੇਸ਼ਨ ਸਬਮਿਟ ਕਰਨੀ ਹੈਗੀ, ਜਿਹੜੇ ਅੱਜ ਇਨਵੀਟੇਸ਼ਨਸ ਆ ਰਹੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਚੇਂਜ ਹੁੰਦੇ ਰਹੇਗੇ, ਬਟ ਮੇਕ ਸ਼ੋਰ ਕਿ ਆ ਇੰਪੋਰਟੈਂਟ ਨਿਊਜ਼ ਹੈਗੀ ਹੈ, ਤੁਹਾਡੀ ਮੇਲ ਨਾ ਕਿਤੇ ਮਿਸ ਹੋ ਜਾਵੇ। ਗੱਲ ਕਰਾਂਗੇ ਇਹਦੇ ਬਾਰੇ। ਸਾਡੇ ਨਾਲ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੈਂ ਇਟਲੀ ਤੋਂ ਬੋਲ ਰਿਹਾ। ਸਰ ਮੇਰੇ ਨਾ ਹਿਊਮਨਿਟੇਰੀਅਨ ਫਾਈਲ ਦੀ ਮਦਦ ਦੀ ਅਪਰੂਵਲ ਆ ਗਈ ਸੀ ਤੇ ਅਸੀਂ ਉਹ ਪੁਲਿਸ ਵੈਰੀਫਿਕੇਸ਼ਨ ਦਾ ਮੈਡੀਕਲ ਕਰਾ ਕੇ ਭੇਜਤਾ ਸੀ ਉਹਨਾਂ ਨੂੰ PR ਲਈ। ਇਸ ਤੋਂ ਬਾਅਦ ਸਰ ਲੈਂਡਿੰਗ ਪੇਪਰ ਲਈ ਕਿੰਨਾ ਟਾਈਮ ਲੱਗ ਜਾਂਦਾ ਜਾਂ ਹੋਰ ਵੀ ਕੋਈ ਰਿਕੁਆਇਰਮੈਂਟ ਹੁੰਦੀ? ਕਦੋਂ ਸਬਮਿਟ ਕੀਤੇ ਸੀਗੇ ਜੀ ਤੁਸੀਂ ਐਪਲੀਕੇਸ਼ਨ ਤਾਂ ਅਸੀਂ ਆਪਣਾ 10-15 ਦਿਨ ਹੋ ਗਏ, ਮਤਲਬ ਉਹਨਾਂ ਦਾ ਅਪਰੂਵਲ ਆ ਗਈ, ਬਾਅਦ ਚ ਉਹਨਾਂ ਦਾ ਠੀਕ ਹੈ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਹਾਂਜੀ ਸਰ। ਤਰਨ ਜੀ, ਇਹਨਾਂ ਐਪਲੀਕੇਸ਼ਨਸ ਦਾ ਕੋਈ ਪ੍ਰੋਸੈਸਿੰਗ ਟਾਈਮ ਨਹੀਂ ਹੈਗਾ। ਇਟ ਕੈਨ ਟੇਕ ਐਨੀਵੇਅਰ ਬਿਟਵੀਨ 3 ਮੰਥਸ ਟੂ 2 ਇਅਰਸ। ਸੋ ਪਲੀਜ਼ ਬੀ ਪੇਸ਼ੈਂਟ ਐਂਡ ਪੇਸ਼ੈਂਟਲੀ ਵੇਟ ਕਰੋ। ਹਾਲੇ 15 ਦਿਨ ਹੋਏ ਆ ਤੁਹਾਨੂੰ ਐਪਲੀਕੇਸ਼ਨ ਸਬਮਿਟ ਕੀਤੇ ਹੋਏ। ਜੀ ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 2020 ਦੇ ਵਿੱਚ ਜਿਨ੍ਹਾਂ ਨੇ ਐਪਲੀਕੇਸ਼ਨ ਸਬਮਿਟ ਕਰਵਾਈਆਂ ਸੀ, ਉਹਦੇ ਵਿੱਚੋਂ ਹੀ ਪੋਲ ਦੇ ਵਿੱਚੋਂ ਇਹਨਾਂ ਨੇ ਇਸ ਵਾਰੀ ਇਨਵੀਟੇਸ਼ਨਸ ਭੇਜੇ ਨੇ। ਅਜਿਹੇ ਦੇ ਵਿੱਚ ਹੁਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਅਸੀਂ ਕਿਹੜੀ ਵੈਬਸਾਈਟ ਤੋਂ ਜਾਂ ਅਸੀਂ ਕਿਹੜੀ ਈਮੇਲ ਤੋਂ ਭੇਜੇ ਸੀਗੇ, ਕਿਵੇਂ ਇਹਨੂੰ ਰਿਕਵਰ ਕਰ ਸਕਦੇ ਆ ਜਾਂ ਕਿਵੇਂ ਮਿਲ ਸਕਦਾ ਆ?
ਉਹ ਤੇ ਬੜਾ ਵੱਡਾ ਚੈਲੰਜ ਹੋ ਜਾਏਗਾ ਬਿਕੋਜ਼ ਫਿਰ ਇਹਨਾਂ ਨੂੰ ਇਮੀਗ੍ਰੇਸ਼ਨ ਨੂੰ ਲਿਖ ਕੇ ਪਤਾ ਕਰਨਾ ਪਏਗਾ ਬਟ ਮੋਸਟਲੀ ਜਿਨ੍ਹਾਂ ਨੇ ਵੀ ਕੀਤੇ ਹੋਏ ਨੇ ਆਪਣੇ ਨਾਰਮਲ ਈਮੇਲ ਆਈਡੀਜ਼ ਦੇ ਵਿੱਚ ਜਿਹੜਾ ਰੋਜ਼ਮਰਾ ਦੇ ਵਿੱਚ ਯੂਜ਼ ਕਰਦੇ ਨੇ ਉਹ ਯੂਜ਼ ਕੀਤੇ ਹੋਏ ਨੇ। ਮੇਕ ਸ਼ੋਰ ਕਿ ਜੇ ਤੁਸੀਂ ਜੰਕ ਮੇਲ ਦੇ ਆਪਣੇ ਜ਼ਰੂਰ ਵਾਚ ਰੱਖੋ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਇਹੋ ਜਿਹੀ ਇੰਪੋਰਟੈਂਟ ਮੇਲ ਤੁਹਾਡੇ ਜੰਕ ਮੇਲ ਦੇ ਵਿੱਚ ਪਈ ਰਵੇ ਤੇ ਉਹ ਟਾਈਮ ਨਿਕਲ ਜਾਵੇ। ਸੋ ਆ ਰੀਅਲੀ ਅ ਗੋਲਡਨ ਟਾਈਮ ਹੈਗਾ ਆ ਬਿਕੋਜ਼ ਆ ਲਿਟਰਲੀ ਲੋਟਰੀ ਹੈਗੀ ਬਿਕੋਜ਼ 23100 ਐਪਲੀਕੇਸ਼ਨਸ ਪਿਕ ਹੋ ਰਹੀਆਂ 155 ਦੇ ਵਿੱਚੋਂ। ਸੋ ਦਿਸ ਇਜ਼ ਅ ਵੈਰੀ ਗੁੱਡ ਟਾਈਮ। ਮੇਕ ਸ਼ੋਰ ਕਿ ਤੁਸੀਂ ਉਹ ਈਮੇਲਸ ਦੇ ਉੱਤੇ ਕਿਤੇ ਵੀ ਖੱਬੇ ਸੱਜੇ ਨਾ ਹੋ ਜਾਵੇ ਤੁਹਾਨੂੰ। ਜੀ ਬਿਲਕੁਲ, ਤੇ ਸਾਨੂੰ ਨਾਲ ਦੇ ਨਾਲ ਦਰਸ਼ਕ ਕਾਲ ਕਰ ਰਹੇ ਨੇ, ਅਸੀਂ ਮਾਫੀ ਚਾਹਾਂਗੇ ਕਿ ਤੁਹਾਡਾ ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਸਾਨੂੰ ਦੁਬਾਰਾ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਸੋ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਸਰ ਕਿ ਇਨਵੀਟੇਸ਼ਨਸ ਜਿਹੜੇ ਭੇਜੇ ਜਾਣੇ ਸ਼ੁਰੂ ਹੋ ਚੁੱਕੇ ਨੇ, ਕਿਹਾ ਜਾ ਰਿਹਾ ਸੀ ਨੈਕਸਟ ਵੀਕ ਤੋਂ ਸ਼ੁਰੂ ਹੋਣੇ ਪਰ ਤੁਹਾਨੂੰ ਵੀ ਕੁਝ ਇਨਵੀਟੇਸ਼ਨਸ ਆ ਚੁੱਕੇ ਨੇ। ਸੋ ਪ੍ਰੋਸੈਸਿੰਗ ਟਾਈਮ ਹੁਣ ਕੀ ਹੋਏਗਾ, ਅਗਲਾ ਸਟੈਪ ਕੀ ਹੋਏਗਾ, ਕਿਵੇਂ ਐਪਲੀਕੇਸ਼ਨਸ ਫੁੱਲ ਕਰਕੇ ਇਹਨਾਂ ਨੂੰ ਭੇਜਣੀਆਂ ਨੇ, ਕੀ ਡਾਕੂਮੈਂਟਸ ਲੱਗਣਗੇ? ਤਕਰੀਬਨ ਜੀ ਤਰਨ ਜੀ ਤਕਰੀਬਨ 60 ਡੇਜ਼ ਦਾ ਟਾਈਮ ਦਿੱਤਾ ਜਾ ਰਿਹਾ ਹੈਗਾ ਐਪਲੀਕੇਸ਼ਨ ਸਬਮਿਟ ਕਰਨਾ, 60 to 75 ਡੇਜ਼ ਦਾ। ਸੋ ਜਿੰਨੀ ਜਲਦੀ ਹੋਵੇ ਆਪਣੇ ਡਾਕੂਮੈਂਟੇਸ਼ਨਸ ਪੂਰੇ ਕਰਕੇ ਮੇਕ ਸ਼ੋਰ ਆ ਲਿਟਰਲੀ ਤੁਹਾਡੀ ਲੋਟਰੀ ਹੈਗੀ ਹੈ। ਸੋ ਮੇਕ ਸ਼ੋਰ ਕਿ ਤੁਸੀਂ ਡਾਕੂਮੈਂਟਰੀ ਐਵੀਡੈਂਸਿਸ ਦੇ ਵਿੱਚ ਡਾਕੂਮੈਂਟਸ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ। ਐਂਡ ਜੇ ਤੁਸੀਂ ਖੁਦ ਕੀਤੀ ਸੀਗੀ ਐਪਲੀਕੇਸ਼ਨ, ਮੇਕ ਸ਼ੋਰ ਕਿ ਤੁਸੀਂ ਜੇ ਪ੍ਰੋਫੈਸ਼ਨਲੀ ਹੈਂਡਲ ਕਰ ਸਕਦੇ ਹੋ ਤੇ ਡੂ ਇਟ, ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ ਔਰ ਅ ਲਾਇਰ ਤਾਂ ਕਿ ਤੁਹਾਡੀ ਐਪਲੀਕੇਸ਼ਨ ਪ੍ਰੋਫੈਸ਼ਨਲੀ ਸਬਮਿਟ ਹੋ ਸਕੇ, ਤਾਂ ਕਿ ਬਾਅਦ ਚੋਂ ਇਹ ਨਾ ਰਹਿ ਜਾਵੇ ਕਿ ਆਹ ਗਲਤੀ ਹੋ ਗਈ ਤੇ ਇਹਦੇ ਕਰਕੇ ਐਪਲੀਕੇਸ਼ਨ ਵਾਪਸ ਆ ਗਈ ਤੇ ਲੋਟਰੀ ਦੇ ਵਿੱਚੋਂ ਤੁਹਾਡਾ ਚਾਂਸ ਖੁੱਜ ਜਾਵੇ ਜਾਂ ਹੋਰ ਡਿਲੇ ਹੋ ਜਾਵੇ। ਸੋ ਮੇਕ ਸ਼ੋਰ ਯੂ ਸਪੀਕ ਟੂ ਸਮ ਕੰਸਲਟੈਂਟ ਔਰ ਅ ਲਾਇਰ, ਜਿੱਥੇ ਵੀ ਤੁਸੀਂ ਹੈਗੇ ਹੋ ਜਿਹੜੇ ਕੰਸਲਟੈਂਟ ਲਾਇਰ ਦੇ ਨਾਲ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ, ਜਿਹਨਾਂ ਨਾਲ ਤੁਸੀਂ ਪਹਿਲੇ ਡੀਲ ਕਰਦੇ ਰਹੇ ਹੋ, ਉਹਨਾਂ ਨਾਲ ਗੱਲਬਾਤ ਕਰੋ। ਐਂਡ ਜੇ ਸਾਡੀ ਹੈਲਪ ਦੀ ਲੋੜ ਹੈਗੀ ਹੈ ਤੇ ਕਾਲ ਆਵਰ ਆਫਿਸ ਐਂਡ ਵੀ ਕੈਨ ਅਸਿਸਟ ਯੂ ਐਜ਼ ਵੈਲ ਵਿਦ ਥੀਸ ਫਾਈਲਸ। ਜਦੋਂ ਐਪਲੀਕੇਸ਼ਨਸ ਫਾਈਲ ਇਹਨਾਂ ਨੇ ਕੀਤੀਆਂ ਹੋਣੀਆਂ ਉਸ ਵਕਤ 2020 ਸੀਗਾ ਤੇ ਹੁਣ ਸਰਕਮਸਟੈਂਸਸ ਵਿੱਚ ਵੀ ਕੁਝ ਚੇਂਜਸ ਆਏ ਹੋਣੇ ਆ, ਕੋਈ ਇਨਕਮ ਕ੍ਰਾਈਟੇਰੀਆ ਮੀਟ ਕਰ ਰਿਹਾ ਹੋਣਾ, ਕੋਈ ਨਹੀਂ ਕਰ ਰਿਹਾ ਹੋਣਾ। ਅਜਿਹੇ ਦੇ ਵਿੱਚ ਕੀ ਇਹ ਸੋਚ ਕੇ ਇਨਵੀਟੇਸ਼ਨ ਤੋਂ ਬੈਕ ਵਾਪਸ ਲੈ ਲਿਆ ਜਾਵੇ ਜਾਂ ਇੱਕ ਵਾਰੀ ਆਪਣੀ ਫਾਈਲ ਜ਼ਰੂਰ ਅੱਗੇ ਫਾਰਵਰਡ ਤਰਨ ਤੁਹਾਡਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਬਿਕੋਜ਼ ਕੋਵਿਡ ਦੇ ਟਾਈਮ ਤੇ ਵੀ ਬਹੁਤ ਸਾਰੇ ਸਰਕਮਸਟੈਂਸਸ ਫੈਮਲੀਜ਼ ਦੇ ਚੇਂਜ ਹੋਏ ਨੇ ਐਂਡ ਕੁਝ ਫੈਮਲੀਜ਼ ਦੇ ਨੁਕਸਾਨ ਵੀ ਹੋਏ ਨੇ। somebody has lost members from their family and ਕੁਝ ਬੱਚੇ ਵੀ ਨਵੇਂ ਆਏ ਹੋਣੇ ਘਰ ਦੇ ਵਿੱਚ, ਸੋ ਐਡੀਸ਼ਨ ਵੀ ਹੋਈ ਹੋਣੀ ਫੈਮਿਲੀ ਮੈਂਬਰਸ ਦੀ। ਸੋ ਮੇਕ ਸ਼ੋਰ ਜੀ ਤੁਸੀਂ ਫੈਮਿਲੀ ਰਿਕੁਆਇਰਮੈਂਟਸ ਇਨਕਮ ਰਿਕੁਆਇਰਮੈਂਟਸ ਜ਼ਰੂਰ ਮੀਟ ਕਰਦੇ ਹੋ ਉਹ ਸਾਰੀ ਚੀਜ਼ਾਂ ਵਾਸਤੇ। ਉਹਦੇ ਵਾਸਤੇ ਵੀ ਜੇ ਤੁਸੀਂ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲੈਣਾ ਚਾਹੁੰਦੇ ਹੋ, ਮੇਕ ਸ਼ੋਰ ਯੂ ਡੂ ਦੈਟ ਤਾਂ ਕਿ ਤੁਹਾਡੀ ਐਪਲੀਕੇਸ਼ਨ ਫੁੱਲ ਪ੍ਰੂਫ ਤਰੀਕੇ ਦੇ ਨਾਲ ਸਬਮਿਟ ਹੋਵੇ ਤਾਂ ਕਿ ਕੋਈ ਵੀ ਇਹੋ ਜਿਹੀ ਚੀਜ਼ ਨਾ ਰਹਿ ਜਾਵੇ ਕਿ ਐਪਲੀਕੇਸ਼ਨ ਕੱਲ ਨੂੰ ਤੁਹਾਨੂੰ ਤੰਗ ਕਰ ਜਾਵੇ। ਜਿਵੇਂ ਇੱਥੇ ਪੀਸੀਸੀ ਵਗੈਰਾ ਦੀ ਗੱਲ ਕਰਾਂ ਤਾਂ ਕਈ ਵਾਰੀ ਇਦਾਂ ਹੁੰਦਾ ਕਿ ਬੈਕ ਹੋਮ ਨਹੀਂ ਸਮਾਂ ਮਿਲ ਪਾਉਂਦਾ ਜਾਂ ਇੰਨੇ ਟਾਈਮ ਦੇ ਵਿੱਚ ਨਹੀਂ ਪੀਸੀਸੀ ਹੋ ਪਾਉਂਦੀ, ਕਿ ਇਹਦੇ ਲਈ ਕੋਈ ਸਾਨੂੰ ਵਾਧੂ ਸਮਾਂ ਦਿੱਤਾ ਜਾਏਗਾ, ਇਹਦੇ ਲਈ ਵਾਧੂ ਸਮੇਂ ਦੀ ਅਪੀਲ ਕੀਤੀ ਜਾ ਸਕਦੀ ਹੈ ਜਾਂ ਨਹੀਂ? ਤਰਨ ਪਹਿਲਾਂ ਤਾਂ ਸਭ ਤੋਂ ਪਹਿਲਾਂ ਐਪਲੀਕੇਸ਼ਨ ਲੱਗਣੀ ਚਾਹੀਦੀ ਹੈਗੀ ਹੈ। ਐਪਲੀਕੇਸ਼ਨ ਲੱਗਣ ਵਾਸਤੇ ਜਿਹੜੇ ਜੇ ਪੁਲਿਸ ਕਲੀਅਰੈਂਸ ਦੀ ਰਿਕੁਆਇਰਮੈਂਟ ਹੈਗੀ ਹੈ ਤੇ ਤੁਸੀਂ ਮੇਕ ਸ਼ੋਰ ਜੇ ਤੁਹਾਡੇ ਕੋਲ ਪੁਲਿਸ ਕਲੀਅਰੈਂਸ ਨਹੀਂ ਹੈ, ਐਪਲੀਕੇਸ਼ਨ ਦਾ ਫਾਈਲ ਨੰਬਰ ਵਗੈਰਾ ਉਹ ਸਾਰੀ ਚੀਜ਼ਾਂ ਡਿਟੇਲਸ ਸ਼ੇਅਰ ਕਰ ਦਿਓ ਤਾਂ ਕਿ ਤੁਸੀਂ ਉਸ ਪੋਜੀਸ਼ਨ ਦੇ ਵਿੱਚ ਆ ਜਾਓ ਕਿ ਐਪਲੀਕੇਸ਼ਨ ਸਬਮਿਟ ਹੋ ਜਾਵੇ। ਉਸ ਤੋਂ ਬਾਅਦ ਚੋਂ ਸਬਮਿਸ਼ਨ ਤੁਹਾਡੀ ਵੈਬ ਫਾਰਮਸ ਦੇ ਰਾਹੀਂ ਜਾਂ ਅਦਰਵਾਈਜ਼ ਚੱਲਦੀ ਰਹੇ। ਸੋ ਇਹ ਆਨਲਾਈਨ ਪ੍ਰੋਸੈਸ ਹੋਏਗਾ ਸਾਰਾ ਤੇ ਇਹਦੇ ਵਿੱਚ ਕਿੰਨਾ ਸਮਾਂ ਲੱਗੇਗਾ? 60 ਦਿਨ ਦਾ ਤੁਸੀਂ ਕਿਹਾ ਵਾ, ਤੇ ਇਸ ਤੋਂ ਬਾਅਦ ਦਾ ਅਗਲਾ ਪ੍ਰੋਸੈਸ ਕੀ ਹੋਏਗਾ? ਇਨਵੀਟੇਸ਼ਨਸ ਜਿਵੇਂ ਤੁਸੀਂ ਕਿਹਾ 23100 ਨੂੰ ਇਨਵੀਟੇਸ਼ਨਸ ਭੇਜੇ ਜਾ ਰਹੇ ਨੇ, ਇਹਦੇ ਵਿੱਚੋਂ ਸਾਰੀਆਂ ਦੀਆਂ ਸਾਰੀਆਂ ਐਪਲੀਕੇਸ਼ਨਸ ਪਿਕ ਹੋਣਗੀਆਂ ਜਾਂ ਜਿਵੇਂ ਲਾਸਟ ਟਾਈਮ 10000 ਜਾਂ 30000 ਸੀ, ਇਹਦੇ ਵਿੱਚੋਂ ਵੀ ਕੋਈ 15-20000 ਰਹਿ ਜਾਣਗੀਆਂ? ਤਰਨ ਜੀ ਹਲੇ 23100 ਹੈਗੀਆਂ। ਐਕਸਪੈਕਟ ਕੀਤਾ ਜਾ ਰਿਹਾ ਹੈ ਕਿ 2.5 ਤੋਂ 3.5 ਸਾਲ ਲੱਗ ਸਕਦੇ ਨੇ ਐਪਲੀਕੇਸ਼ਨ ਪ੍ਰੋਸੈਸਿੰਗ ਦੇ ਵਿੱਚ ਬਿਕੋਜ਼ ਬੈਕਲੌਗ ਦਾ ਜੇ ਅਸੀਂ ਗੱਲ ਕਰੀਏ, ਬੈਕਲੌਗ ਵੀ ਹਲੇ ਕਾਫੀ ਜ਼ਿਆਦਾ ਹੈਗਾ ਐਂਡ ਕਾਫੀ ਸਾਰੀ ਐਪਲੀਕੇਸ਼ਨਸ ਜਿਹੜਾ ਕਰੰਟ ਪ੍ਰੋਸੈਸਿੰਗ ਟਾਈਮ ਹੈਗਾ ਉਹ 2.5 ਤੋਂ 3.5 ਸਾਲ ਦਾ ਵਿੱਚ ਚੱਲ ਰਿਹਾ ਹੈਗਾ। ਸੋ ਹੋ ਸਕਦਾ ਕਿ ਇਹਨਾਂ ਐਪਲੀਕੇਸ਼ਨਸ ਨੂੰ ਵੀ ਓਨਾ ਹੀ ਟਾਈਮ ਲੱਗੇ। ਸੋ ਜੇ ਤੁਹਾਡੇ ਲੋਟਰੀ ਦੇ ਵਿੱਚ ਆ ਗਿਆ ਹੈਗਾ, ਮੇਕ ਸ਼ੋਰ ਤੁਸੀਂ ਐਪਲੀਕੇਸ਼ਨ ਪੂਰੀ ਫੁੱਲ ਪ੍ਰੂਫ ਤਰੀਕੇ ਨਾਲ ਸਬਮਿਟ ਕਰ ਦਿਓ ਐਂਡ ਆਊਟਕਮ ਤਾਂ ਤੁਹਾਨੂੰ ਆਂਦਾ ਹੀ ਰਹੇਗਾ। ਸਾਲ 5-6 ਮਹੀਨੇ ਡਿਲੇ ਜ਼ਰੂਰ ਹੋ ਸਕਦਾ ਬਟ ਆਊਟਕਮ ਵੁੱਡ ਬੀ ਦੇਅਰ। ਇਹ ਤਾਂ ਲੱਕੀ ਨੇ ਜਿਨ੍ਹਾਂ ਦਾ ਆ ਗਿਆ, ਪਰ ਜਿਹੜੇ 2021-22 ਦੇ ਵਿੱਚ ਸੋਚ ਰਹੇ ਸੀ ਕਿ ਅਸੀਂ ਹੁਣ ਫਾਈਲ ਲਗਾਵਾਂਗੇ ਉਹਨਾਂ ਦਾ ਹਜੇ ਰਹਿ ਗਿਆ ਵਾ। ਸੋ ਕੀ ਕਹਿਣਾ ਚਾਹੋਗੇ? ਬਿਲਕੁਲ ਤਰਨ, ਯੂ ਆਰ ਐਬਸੋਲੂਟਲੀ ਰਾਈਟ ਜੀ। ਬਹੁਤ ਸਾਰੇ ਐਪਲੀਕੈਂਟਸ ਇਹੋ ਜਿਹੇ ਸੀਗੇ ਜਿਹੜੇ ਸੋਚਦੇ ਪਏ ਸੀਗੇ ਕਿ 2022 ਇਜ਼ ਦਾ ਵਨ ਈਅਰ, ਦਿਸ ਈਅਰ ਜਿੱਥੇ ਅਸੀਂ ਪੁੱਟ ਅਪ ਕਰਾਂਗੇ। ਤੁਹਾਨੂੰ ਯਾਦ ਹੋਵੇਗਾ ਸਾਡੇ ਪ੍ਰੋਗਰਾਮ ਦੇ ਵਿੱਚ ਹੀ ਕਈ ਇਹੋ ਜਿਹੇ ਕਾਲਸ ਆਉਂਦੀਆਂ ਰਹੀਆਂ ਜਿਹੜੇ ਭੈਣ ਜੀ ਕਹਿੰਦੇ ਸੀਗੇ ਕਿ ਅਸੀਂ ਦੁਬਾਰਾ ਐਪਲੀਕੇਸ਼ਨਾਂ ਲੱਗਣਗੀਆਂ ਸਾਡੀਆਂ। ਸੋ ਉਹ ਜਿਹੇ ਤੇ ਜਿਨ੍ਹਾਂ ਨੇ ਪਹਿਲੇ ਪੁੱਟ ਅਪ ਕੀਤੀ ਉਹ ਤੇ ਲੱਕੀ ਰਹਿ ਗਏ ਬਿਕੋਜ਼ ਆਡ ਆਫ ਗੈਟਿੰਗ ਪਿਕਡ ਅਪ ਉਹ ਉਹਨਾਂ ਦੇ ਬੈਟਰ ਹੈਗੇ ਨੇ। ਜੇ ਨਵੀਆਂ ਐਪਲੀਕੇਸ਼ਨ ਲਾ ਦਿੰਦੇ ਤਾਂ ਉਹਨਾਂ ਦੇ ਆਡਸ ਘਟ ਜਾਂਦੇ। ਸੋ ਐਬਸੋਲੂਟਲੀ ਜੀ ਕਹਿੰਦੇ ਆ ਜਿਹੜਾ ਗਲਾਸ ਹੁੰਦਾ ਨਾ, ਜੇ ਅੱਧਾ ਗਲਾਸ ਪਾਣੀ ਦਾ ਹੋਵੇ, ਇਟ ਇਜ਼ ਹਾਫ ਫੁੱਲ ਜਾਂ ਹਾਫ ਐਮਟੀ। ਤੇ ਤੁਸੀਂ ਦੇਖਣਾ ਜੀ ਕਿ ਆਪਣਾ ਚੀਜ਼ ਲੱਭਣੀ ਹੈਗੀ ਕਿ ਮੇਰੇ ਵਾਸਤੇ ਕੀ ਪੋਜ਼ਿਟਿਵ ਹੈਗਾ। ਗੱਲ ਕਰਾਂਗੇ, ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ?
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਘੁੰਮਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਮੈਡਮ ਮੈਂ ਦੇਖ ਰਿਹਾ ਤੁਹਾਡਾ ਟੀਵੀ ਤੇ 2020 ਤੱਕ ਜਿਹਨਾਂ ਦੀ ਅਰਜ਼ੀਆਂ ਆਈਆਂ ਉਹੀ ਉਹਨਾਂ ਦੀ ਲਾਟਰੀ ਸਿਸਟਮ ਨਿਕਲ ਰਿਹਾ। ਹਾਂਜੀ, ਜਿਨ੍ਹਾਂ ਨੇ 2020 ਦੇ ਵਿੱਚ ਫਾਈਲਸ ਆਪਦੀਆਂ ਲਗਵਾਈਆਂ ਸੀਗੀਆਂ ਉਹਨਾਂ ਦੇ ਵਿੱਚੋਂ ਹੀ ਜਿਹੜਾ ਇਸ ਵਾਰ ਇਨਵੀਟੇਸ਼ਨਸ ਭੇਜੇ ਜਾ ਰਹੇ ਨੇ। ਤੇ ਨਵੀਆਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਹੁਣ ਜੀ? ਨਹੀਂ ਜੀ, ਨਹੀਂ, ਨਵੀਆਂ ਨਹੀਂ ਮੰਗੀਆਂ ਜਾ ਰਹੀਆਂ ਜੀ, ਇਸ ਸਾਲ ਤਾਂ ਨਹੀਂ ਅਜੇ ਮੰਗੀਆਂ ਜਾ ਰਹੀਆਂ। ਅਪਲਾਈ ਨਾ ਕਰੀਏ ਨਵੀਂ ਵਾਸਤੇ? ਨਹੀਂ ਜੀ, ਅਜੇ ਨਹੀਂ ਮੰਗੀਆਂ ਜਾ ਰਹੀਆਂ। ਸੋ ਜਿਨ੍ਹਾਂ ਨੂੰ ਇਨਵੀਟੇਸ਼ਨ ਭੇਜੇ ਜਾ ਰਹੇ ਨੇ ਉਹਨਾਂ ਨੂੰ ਹੀ ਆ ਜਿਨ੍ਹਾਂ ਨੇ 2020 ਚ ਭੇਜੇ ਸੀਗੇ। ਬਹੁਤ ਧੰਨਵਾਦ, ਜੀ, ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ। ਸੋ ਇਹ ਤਾਂ ਸੀ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ, ਪਰ ਇਹ ਵੀ ਸੁਣਨ ਨੂੰ ਮਿਲ ਰਿਹਾ ਵਾ, ਇਹ ਵੀ ਇੱਕ ਹਲਚਲ ਹੋ ਰਹੀ ਹੈ ਕਿ ਆਟਵਾ ਦੇ ਵਿੱਚ ਇਹ ਵੀ ਹੁਣ ਡਿਸੀਜਨ ਲਿਆ ਜਾ ਰਿਹਾ ਕਿ ਜਿਹੜੇ 5 ਲੱਖ ਦੇ ਕਰੀਬ ਇੱਥੇ ਪ੍ਰਵਾਸੀ ਪਹੁੰਚੇ ਹੋਏ ਨੇ ਜਿਨ੍ਹਾਂ ਕੋਲ ਇਸ ਵਕਤ ਡਾਕੂਮੈਂਟਸ ਨਹੀਂ ਜਾਂ ਆਊਟ ਆਫ ਸਟੇਟਸ ਹੋਏ ਨੇ, ਉਹਨਾਂ ਦੇ ਬਾਰੇ ਵਿੱਚ ਵੀ ਸੋਚਿਆ ਜਾ ਰਿਹਾ ਕਿ ਸ਼ਾਇਦ ਉਹਨਾਂ ਨੂੰ ਕੈਨੇਡਾ ਵਿੱਚ ਰੱਖਣ ਲਈ ਕੋਈ ਨਵਾਂ ਪ੍ਰੋਗਰਾਮ ਲਿਆਂਦਾ ਜਾਵੇ। ਤਰਨ ਬਿਲਕੁਲ ਜੀ, ਅਨਡਾਕੂਮੈਂਟਡ ਜਿੰਨੇ ਵੀ ਇਮੀਗ੍ਰੈਂਟਸ ਮਾਈਗ੍ਰੈਂਟਸ ਕੈਨੇਡਾ ਦੇ ਵਿੱਚ ਹੈਗੇ ਨੇ ਉਹਨਾਂ ਵਾਸਤੇ ਇੱਕ ਨਵਾਂ ਪ੍ਰੋਗਰਾਮ ਦੀ ਤਿਆਰੀ ਹੋ ਰਹੀ ਹੈ। ਉਹ ਗਰਾਊਂਡ ਵਰਕ ਉਹਦੇ ਤੇ ਚੱਲ ਰਿਹਾ ਸੀਗਾ ਕਾਫੀ ਚਿਰ ਤੋਂ। ਸੋ ਹੁਣ ਉਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਉਹਦੇ ਤੇ ਵਰਕ ਜਿਹੜਾ ਹੋ ਰਿਹਾ ਕਾਫੀ ਅੱਛੀ ਪੇਸ ਦੇ ਨਾਲ ਹੋ ਰਿਹਾ। ਸੋ ਕਿਹਾ ਜਾ ਰਿਹਾ ਸੀਗਾ ਕਿ ਜਦੋਂ ਸ਼ੁਰੂ ਕੀਤਾ ਸੀਗਾ ਇਸ ਪ੍ਰੋਗਰਾਮ ਦੇ ਉੱਤੇ ਕੰਮ ਕਰਨਾ ਤੇ ਲੱਖ ਐਪਲੀਕੈਂਟ ਸੋਚੇ ਜਾ ਰਹੇ ਸੀਗੇ ਕਿ ਲੱਖ ਮਾਈਗ੍ਰੈਂਟਸ ਇਹੋ ਜਿਹੇ ਹੋਣਗੇ ਜਿਹੜੇ ਅਨਡਾਕੂਮੈਂਟਡ ਹੈਗੇ ਨੇ। ਹੁਣ ਕੁਝ ਵੈਬਸਾਈਟਸ ਕਹਿ ਰਹੀਆਂ ਕਿ 5 ਲੱਖ ਹੈਗੇ ਨੇ, ਕੁਝ ਕਹਿ ਰਹੀਆਂ ਜੀ 2 ਮਿਲੀਅਨ ਤੱਕ ਵੀ ਲੋਕੀ ਹੋ ਸਕਦੇ ਨੇ ਜਿਹੜੇ ਕੈਨੇਡਾ ਦੇ ਵਿੱਚ ਅਨਡਾਕੂਮੈਂਟਡ ਤੌਰ ਤੇ ਰਹਿ ਰਹੇ ਨੇ। ਸੋ ਉਹਨਾਂ ਨੂੰ ਰੈਗੂਲਰਾਈਜ਼ ਕਰਨ ਵਾਸਤੇ, ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣ ਵਾਸਤੇ, ਉਹਨਾਂ ਦੀ ਫੈਮਿਲੀ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣ ਵਾਸਤੇ ਅੱਜ ਚਰਚਾ ਚੱਲ ਰਹੀ ਹੈ, ਪ੍ਰੋਗਰਾਮ ਲਿਖਿਆ ਜਾ ਰਿਹਾ। ਸੋ ਹੋਪਫੁਲੀ ਅਗਲੇ 4-6 ਮਹੀਨਿਆਂ ਦੇ ਵਿੱਚ ਇਹਦੀ ਰੂਪਰੇਖਾ ਹੋਰ ਬਣ ਕੇ ਨਿਖਰ ਕੇ ਸਾਹਮਣੇ ਆਏਗੀ, ਤਾਂ ਪਤਾ ਚੱਲੇਗਾ ਕਿ ਇਹਨੂੰ ਕਿਸ ਤਰ੍ਹਾਂ ਇੰਪਲੀਮੈਂਟੇਸ਼ਨ ਦੇ ਵਾਲੇ ਪਾਸੇ ਲੈ ਕੇ ਜਾ ਰਹੇ ਜੀ। ਗੱਲ ਕਰਾਂਗੇ ਇਹਦੇ ਬਾਰੇ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ ਹਾਂਜੀ, ਅਸੀਂ ਦਿੱਲੀ ਭਗਤ ਤੋਂ ਬੋਲ ਰਹੇ ਹਾਂ। ਹਾਂਜੀ ਹਾਂਜੀ, ਮੇਰਾ ਸਵਾਲ ਮੈਡਮ ਇਹ ਆ ਵੀ ਦੂਜਾ ਮੇਰੇ ਹੁਣ ਨਵੀਆਂ ਅਰਜ਼ੀਆਂ ਲੱਗਣਗੀਆਂ? ਕਾਦੀਆਂ ਜੀ? ਮੈਂ ਆਪਦੀ ਬੇਟੀ ਕੋਲੇ ਆਈ ਹੋਈ ਹਾਂ ਸੁਪਰਵਾਈਜ਼ਰ ਤੇ। ਹੂੰ। ਹਾਂਜੀ, ਤੇ ਮੈਂ ਵੀ ਹੁਣ ਨਵੀਆਂ ਅਰਜ਼ੀਆਂ ਲੈਣਗੇ? ਪੇਰੈਂਟਸ ਦੀਆਂ ਤੁਸੀਂ ਕਹਿ ਰਹੇ ਹੋ ਜੀ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀਆਂ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਆ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਤੁਹਾਡਾ? ਬ੍ਰੈਂਪਟਨ ਤੋਂ ਬੋਲਦੇ ਜੀ ਅਸੀਂ। ਹਾਂਜੀ। ਸਾਡਾ ਸਵਾਲ ਸੀਗਾ ਜਿਹੜਾ 2020 ਦੇ ਵਿੱਚ ਇਹਨਾਂ ਨੇ ਐਪਲੀਕੇਸ਼ਨਾਂ ਲਈਆਂ ਸੀ, ਉਹਦੇ ਲੋਟਰੀ 'ਚ ਸਾਡਾ ਨੰਬਰ ਆ ਗਿਆ ਸੀਗਾ ਜੀ। ਓਕੇ। ਤੇ ਫਾਈਲ ਨੰਬਰ ਇਸ਼ੂ ਹੋ ਗਿਆ ਜੀ। ਫਾਈਲ ਨੰਬਰ ਇਸ਼ੂ ਹੋਣ ਤੋਂ ਬਾਅਦ ਜਿਹੜਾ ਪ੍ਰੋਸੈਸ 3 ਮਹੀਨੇ ਹੋ ਗਏ ਫਾਈਲ ਨੰਬਰ ਇਸ਼ੂ ਹੋਏ ਨੂੰ, ਉਸ ਤੋਂ ਬਾਅਦ ਕੋਈ ਆਇਆ ਨਹੀਂ ਜੀ ਸਾਨੂੰ ਕੋਈ ਡਾਕੂਮੈਂਟ ਵਗੈਰਾ ਜਾਂ ਕੁਝ। ਕਿਹੜੇ ਸਾਲ ਦੇ ਵਿੱਚ ਐਪਲੀਕੇਸ਼ਨ ਪਿਕ ਹੋਈ ਸੀ ਜੀ ਤੁਹਾਡੀ? 2020 ਦੇ ਵਿੱਚ ਕਿ 21 ਦੇ ਵਿੱਚ? ਨਹੀਂ, 21 ਦੇ ਵਿੱਚ ਸਰ, 21 ਜੀ। 21 ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਪਹਿਲਾਂ ਜਿਨ੍ਹਾਂ ਨੇ ਸਵਾਲ ਪੁੱਛਿਆ ਸੀ ਕਿ ਨਵੀਆਂ ਅਰਜ਼ੀਆਂ ਲਈਆਂ ਜਾ ਰਹੀਆਂ ਨੇ ਜਾਂ ਨਹੀਂ ਲਈਆਂ ਜਾ ਰਹੀਆਂ, ਭੈਣ ਜੀ ਨਵੀਂ ਅਰਜ਼ੀਆਂ ਨਹੀਂ ਲਿੱਤੀ ਜਾ ਰਹੀਆਂ। ਅਨਫੋਰਚੂਨੇਟਲੀ ਜਿਹੜੇ ਪੁਰਾਣੀਆਂ ਐਪਲੀਕੇਸ਼ਨ ਲੱਗੀਆਂ ਸੀਗੀਆਂ 1,55,000 ਉਹਨਾਂ ਦੇ ਵਿੱਚੋਂ ਹੀ ਡਰਾ ਆਊਟ ਕੀਤੇ ਗਏ ਜਾ ਰਹੇ ਨੇ ਜੀ। ਉਹਨਾਂ ਦੇ ਵਿੱਚੋਂ ਹੀ ਇਨਵੀਟੇਸ਼ਨਸ ਦਿੱਤੇ ਜਾ ਰਹੇ ਨੇ। ਬਟ ਤੁਸੀਂ ਲੱਕੀ ਹੈਗੇ ਹੋ ਕਿ ਤੁਸੀਂ ਸੁਪਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਹੈਗੇ ਹੋ। ਐਸੇ ਵਾਸਤੇ ਸੁਪਰ ਵੀਜ਼ਾ ਦੇ ਵੀ ਚੇਂਜਸ ਇੰਪਲੀਮੈਂਟ ਰੀਸੈਂਟਲੀ ਕੀਤੇ ਗਏ ਸੀਗੇ। 5 ਸਾਲ ਦਾ ਸਟੇ ਦਿੱਤਾ ਗਿਆ ਸੀਗਾ ਤਾਂ ਕਿ ਪੇਰੈਂਟਸ ਗ੍ਰੈਂਡ ਪੇਰੈਂਟਸ ਆਪਣੇ ਬੱਚਿਆਂ ਨਾਲ ਰਹਿਣ ਦਾ ਸੁੱਖ ਜਿਹੜਾ ਹੈ ਉਹ ਤੋਂ ਵਾਂਝੇ ਨਾ ਰਹਿ ਜਾਣ। ਸੋ ਇਸ ਕਰਕੇ ਉਹ ਚੇਂਜਸ ਇੰਪਲੀਮੈਂਟ ਕੀਤੇ ਗਏ ਸੀਗੇ ਕਿਉਂਕਿ ਨਵੀਆਂ ਐਪਲੀਕੇਸ਼ਨਸ ਲਿੱਤੀਆਂ ਨਹੀਂ ਜਾ ਰਹੀਆਂ। ਬਟ ਗਵਰਨਮੈਂਟ ਚਾਹੁੰਦੀ ਸੀ ਕਿ ਫੈਮਿਲੀ ਰੀਯੂਨੀਫਿਕੇਸ਼ਨ ਦੇ ਤਹਿਤ ਆਪਣੀ ਫੈਮਲੀਜ਼ ਆਪਣੇ ਮਾਪਿਓ ਦੇ ਨਾਲ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਇੱਥੇ ਰਹਿ ਸਕਣ। ਸੋ ਦੈਟ ਵਾਸ ਵਨ ਰੀਜ਼ਨ। ਦੂਜੀ ਚੀਜ਼ ਹੈਗੀ ਹੈ ਕਿ ਹਾਲੇ ਵੀ ਜਿਹੜੇ ਹੁਣ ਵੀ ਪਿਕ ਹੋਣਗੇ ਉਹਨਾਂ ਨੂੰ ਵੀ ਪ੍ਰੋਸੈਸਿੰਗ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਮਿਲਦਿਆਂ 2.5 ਤੋਂ 3.5 ਸਾਲ ਲੱਗ ਸਕਦੇ ਨੇ। ਸੋ ਉਹ ਚੇਂਜਸ ਜਦ ਤੱਕ ਆਣਗੇ ਤਾਂ ਤੱਕ ਤੁਸੀਂ ਸੁਪਰ ਵੀਜ਼ਾ ਦਾ ਫਾਇਦਾ ਲੈ ਕੇ ਆਪਣੇ ਬੱਚਿਆਂ ਦੇ ਨਾਲ ਰਹਿ ਸਕੋਗੇ। ਜੀ ਬਿਲਕੁਲ। ਆਪਾਂ ਵਾਪਸ ਆਈਏ, ਆਪਾਂ ਕਹਿ ਰਹੇ ਸੀਗੇ ਜਿਹੜੇ ਡਾਕੂਮੈਂਟਸ ਜਿਨ੍ਹਾਂ ਨੇ, ਤਾਂ ਮੈਂ ਥੋੜਾ ਜਿਹਾ ਇਹਦੇ ਬਾਰੇ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦੀ ਹਾਂ। ਇਹ ਲੈ ਕੇ ਬਹੁਤ ਕਨਫਿਊਜ਼ਨ ਹੈ ਕਿ ਜਿਹੜਾ ਇਹਨਾਂ ਨੇ ਕਿਹਾ ਸੀ ਕਿ 5 ਸਾਲ ਤੱਕ ਹੁਣ ਤੁਹਾਨੂੰ ਸਟੇ ਮਿਲ ਸਕਦੀ ਹੈ ਇੱਥੇ ਸੁਪਰ ਵੀਜ਼ਾ ਦੇ ਉੱਤੇ ਪੇਰੈਂਟਸ ਨੂੰ। ਸੋ ਇਹਦੇ ਵਿੱਚ ਇੱਕ ਟਾਈਮ ਪੀਰੀਅਡ ਆ ਕਿ ਇਸ ਟਾਈਮ ਪੀਰੀਅਡ ਤੋਂ ਬਾਅਦ ਜਿਨ੍ਹਾਂ ਨੂੰ ਵੀਜ਼ੇ ਲੱਗੇ ਆ ਉਹ ਰਹਿ ਸਕਦੇ ਆ, ਜਾਂ ਇੱਥੇ ਜਿਹੜੇ ਪੇਰੈਂਟਸ ਇਸ ਵਕਤ ਆਏ ਹੋਏ ਨੇ ਜਿਨ੍ਹਾਂ ਨੂੰ ਸਾਲ ਜਾਂ 2 ਸਾਲ ਦੀ ਸਟੇ ਮਿਲੀ ਸੀ ਉਹ ਵੀ ਇੱਥੇ ਰਹਿ ਕੇ ਉਹ ਸਟੇ ਨੂੰ ਅੱਗੇ ਵਧਾ ਸਕਦੇ ਨੇ? ਬਿਲਕੁਲ ਜੀ। ਜਿਹੜੇ ਪੇਰੈਂਟਸ ਕੈਨੇਡਾ ਦੇ ਵਿੱਚ ਲੈਂਡ ਕਰਦੇ ਪਏ ਨੇ ਸੈਪਟੈਂਬਰ
ਸੈਪਟੈਂਬਰ ਆਨਵਰਡਸ ਇੱਕ ਡੇਟ ਸੀਗੀ। ਸੋ ਉਸ ਡੇਟ ਤੋਂ ਬਾਅਦ ਜਿਹੜੇ ਵੀ ਆਣਗੇ ਉਹਨਾਂ ਕੋਲ ਇੰਸ਼ੋਰੈਂਸ ਹੋਏਗੀ ਤੇ ਉਹਨਾਂ ਦੀ ਐਂਟਰੀ ਫਰੋਮ ਦੈਟ ਡੇ ਆਨਵਰਡਸ ਇਜ਼ ਵੈਲਿਡ ਫॉर ਅ ਪੀਰੀਅਡ ਆਫ 5 years। ਤੇ ਸਰ ਆਪਾਂ ਇਲੀਗਲ ਇਮੀਗ੍ਰੈਂਟਸ ਦੀ ਗੱਲ ਕਰਦੇ ਪਏ ਸੀ, ਤੁਸੀਂ ਕਿਹਾ ਇਹਦੇ ਬਾਰੇ ਵੀ ਗੱਲ ਹੋ ਸਕਦੀ ਹੈ। ਥੋੜਾ ਜਿਹਾ ਆਪਾਂ ਪਿੱਛੇ ਆਪਣੇ ਵਾਪਸ ਟੌਪਿਕ ਦੇ ਉੱਤੇ ਆਈਏ, ਜਿਹੜੇ ਸਟੂਡੈਂਟਸ ਦੀ ਆ। ਸੋ ਇਹਦੇ ਨਾਲ ਕਿਹਨੂੰ ਬੈਨੀਫਿਟਸ ਹੋ ਸਕਦਾ ਆ ਤੇ ਸਰਕਾਰ ਨੇ ਕਿੰਨੇ ਤੋਂ ਕਿੰਨੇ ਟਾਈਮ ਦੇ ਲਈ ਇਹਨੂੰ ਰੱਖਿਆ ਵਾ? ਤਰਨ ਜੀ, ਆ ਜਿਹੜਾ ਚੇਂਜਸ ਇੰਪਲੀਮੈਂਟ ਕੀਤੇ ਗਏ ਕਿ 20 ਘੰਟੇ ਤੋਂ ਤੁਸੀਂ ਜ਼ਿਆਦਾ ਕੰਮ ਕਰ ਸਕਦੇ ਹੋ, ਦਸੰਬਰ 2023 ਤੱਕ ਇੰਪਲੀਮੈਂਟ ਕਰ ਦਿੱਤਾ ਗਿਆ। ਸੋ ਨਵੰਬਰ 13 ਆਨਵਰਡਸ ਦਸੰਬਰ 2023 ਤੱਕ ਤੁਸੀਂ ਕੰਮ 20 ਘੰਟਿਆਂ ਦੀ ਬਜਾਏ ਜਿੰਨੇ ਮਰਜ਼ੀ ਘੰਟੇ ਕੰਮ ਕਰ ਸਕਦੇ ਹੈਗੇ ਹੋ। ਉੱਪਰਲੀ ਲਿਮਿਟ ਕੋਈ ਵੀ ਨਹੀਂ ਹੈਗੀ। ਬਟ ਬੱਚਿਆਂ ਨੂੰ ਬਾਰ-ਬਾਰ ਮੈਂ ਹੱਥ ਜੋੜ ਕੇ ਇੱਕੋ ਹੀ ਚੀਜ਼ ਕਹੂੰਗਾ ਕਿ ਭਾਈ ਮੇਕ ਸ਼ੋਰ ਕਿ ਤੁਹਾਡੇ ਗ੍ਰੇਡਸ, ਤੁਹਾਡੀ ਸਟੱਡੀਜ਼ ਕਿਸੇ ਵੀ ਤਰ੍ਹਾਂ ਹੈਂਪਰ ਨਾ ਹੋਵੇ, ਤਾਂ ਕਿ ਤੁਹਾਨੂੰ ਕੱਲ ਨੂੰ ਪਰਮਾਨੈਂਟ ਰੈਜ਼ੀਡੈਂਸੀ ਵੇਲੇ ਇਸ਼ੂ ਨਾ ਆਵੇ। ਹੁਣ ਤੁਸੀਂ ਕਿਹਾ ਦੂਸਰਾ ਕਿ ਆ ਫੁੱਲ ਟਾਈਮ ਜੇ ਕੰਮ ਕਰਨਗੇ 30 ਘੰਟੇ ਤੋਂ ਉੱਪਰ ਕੰਮ ਕੀਤਾ ਤਾਂ ਤੁਸੀਂ ਫੁੱਲ ਟਾਈਮ ਕੰਸੀਡਰ ਹੋ ਸਕਦੇ ਹੈਗੇ ਹੋ। ਸੋ ਉਹ ਜਿਹੜੇ ਚੇਂਜਸ ਹੈਗੇ ਨੇ ਹਲੇ ਉਹਦੇ ਉੱਤੇ ਕੋਈ ਗੱਲਬਾਤ ਨਹੀਂ ਹੈਗੀ ਕਿ ਕੱਲ ਨੂੰ ਇਹ ਟਾਈਮ ਕੰਸੀਡਰ ਕੀਤਾ ਜਾਏਗਾ ਤੁਹਾਡੀ ਪੀਆਰ ਦੇ ਵਾਲੀ ਸਾਈਡ ਤੇ। ਉਹਦੇ ਉੱਤੇ ਹਾਲੇ ਕੋਈ ਅਪਡੇਟ ਨਹੀਂ ਹੈਗੀਆਂ। ਉਹ ਜਦੋਂ ਇੰਪਲੀਮੈਂਟੇਸ਼ਨਸ ਆਣਗੀਆਂ ਤੇ ਅਸੀਂ ਉਸ ਟਾਈਮ ਤੇ ਸ਼ੇਅਰ ਕਰਾਂਗੇ। ਇਟ ਮਾਈਟ ਬੀ देयर, ਇਟ ਮਾਈਟ ਨਾਟ ਬੀ देयर। ਕੀ ਇਹਦੇ ਵਿੱਚ ਕੋਈ ਸਟੂਡੈਂਟਸ ਦੇ ਲਈ ਵੀ ਕੋਈ ਐਪਲੀਕੇਸ਼ਨਸ ਹੈਗੀਆਂ ਨੇ ਜਾਂ ਖਾਸ ਤੌਰ ਤੇ ਕੁਝ ਉਹਨਾਂ ਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਤਾਂ ਹੀ ਇਹ ਕੰਮ ਕਰ ਸਕਦੇ ਹੋ ਜੇ ਤੁਸੀਂ ਕੁਝ ਕੰਡੀਸ਼ਨਸ ਤੋਂ ਮੀਟ ਕਰਦੇ ਹੋ? ਕੋਈ ਇਹੋ ਜਿਹੀ ਕੰਡੀਸ਼ਨਸ ਨਹੀਂ ਹੈਗੀਆਂ ਤਰਨ ਜੀ। ਬਿਨਾਂ ਕੰਡੀਸ਼ਨਸ ਦੇ ਇਹ ਆਪਸ਼ਨ ਦਿੱਤੀ ਗਈ ਹੈਗੀ ਹੈ ਤਾਂ ਕਿ ਹਰ ਬੱਚਾ ਜਿਹੜਾ ਇਸ ਟਾਈਮ DLI ਦੇ ਵਿੱਚ ਕੈਨੇਡਾ ਦੇ ਵਿੱਚ ਪੜ੍ਹ ਰਿਹਾ ਆਫ ਕੈਂਪਸ ਜਿਨ੍ਹਾਂ ਦੇ ਕੋਲ ਹੈਗਾ ਉਹ ਜਿੰਨੇ ਮਰਜ਼ੀ ਘੰਟੇ ਕੰਮ ਕਰ ਸਕਦੇ ਨੇ, 20 ਘੰਟੇ ਤੋਂ ਜ਼ਿਆਦਾ ਕਰ ਸਕਦੇ ਨੇ। ਜੀ, ਗੱਲ ਕਰਾਂਗੇ ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਲਾਈਵ ਤੁਹਾਡਾ ਇਹ ਪੁੱਛਣਾ ਸੀਗਾ, ਜਿਹੜਾ ਹੁਣ ਦੱਸ ਰਿਹਾ ਟੀਵੀ ਤੇ ਦੱਸ ਰਹੇ ਨੇ ਕਿ ਮਤਲਬ ਜਿਵੇਂ ਹੁਣ ਅਸੀਂ 20 ਦੇ ਵਿੱਚ ਲਾਈ ਸੀਗੀ ਆਪਦੇ ਪੇਰੈਂਟਸ ਦੀ ਐਪਲੀਕੇਸ਼ਨ, ਹਨਾ? ਹਾਂਜੀ। ਤੇ ਮਤਲਬ ਅੱਜ ਤੋਂ ਸ਼ੁਰੂ ਹੋਈਆਂ ਨੇ ਇਹ ਜਾਂ ਇਹ ਮਤਲਬ ਅੱਜ ਹੀ ਆ ਡੇਟ ਹੈ ਇਹਦੀ? ਹੁਣ ਹਫਤਾ ਹੋਰ ਹੈਗੀ ਹੈ ਕਿਉਂਕਿ ਸਾਡਾ ਨਹੀਂ ਨਿਕਲਿਆ, ਮੇਰੀ ਫਰੈਂਡ ਨੇ ਨਿਕਲਿਆ ਆ ਪੇਰੈਂਟਸ ਦਾ। ਓਕੇ, ਇਨਵੀਟੇਸ਼ਨਸ ਦੀ ਗੱਲ ਕਰ ਰਹੇ ਹੋ ਕਿ ਕਦੋਂ ਤੱਕ ਮਿਲ ਸਕਦੇ ਆ ਹਜੇ? ਇਨਵੀਟੇਸ਼ਨ ਦੀ, ਹਾਂਜੀ ਹਾਂਜੀ ਬਿਲਕੁਲ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ। ਜੀ ਸਰ, ਹਾਲੇ 2 ਹਫ਼ਤਿਆਂ ਦਾ ਟਾਈਮ ਹੈਗਾ ਜੀ। ਅੱਜ ਤੋਂ ਸ਼ੁਰੂ ਹੋਏ ਨੇ ਇਨਵੀਟੇਸ਼ਨਸ ਆਣੇ ਤੇ ਹੋਪਫੁਲੀ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਡਰਾਜ਼ ਆਉਂਦੇ ਰਹਿਣਗੇ। ਸੋ ਆਪਣੀ ਈਮੇਲ ਦਾ ਖਿਆਲ ਰੱਖਿਆ ਜੇ। ਮੇਕ ਸ਼ੋਰ ਕਿ ਤੁਸੀਂ ਆਪਣੀ ਈਮੇਲ ਨਾ ਕਿਸੇ ਵਜ੍ਹਾ ਨਾਲ ਮਿਸ ਕਰ ਜਾਓ ਜੀ। ਬਿਲਕੁਲ ਸਰ। ਤੇ ਨਾਲ ਦੀ ਨਾਲ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਸੀ ਕਿ ਕੁਝ ਬੈਕਲੌਗਸ ਤੇ ਚੱਲਦੀਆਂ ਜਿਹੜੇ ਸਕਿਲਡ ਵਰਕਰਸ ਨੇ ਉਹਨਾਂ ਨੂੰ ਵਾਪਸ ਜਾਣਾ ਪੈ ਰਿਹਾ ਵਾ। ਉੱਪਰੋਂ ਦੇ ਸਟੂਡੈਂਟਸ ਨੂੰ ਜਿਵੇਂ ਹੁਣ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਇਹਦੇ ਨਾਲ ਜਿਹੜੇ ਆਲਰੇਡੀ ਜੌਬ ਦੇ ਉੱਤੇ ਹੈਗਾ, ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੀਆਂ ਜੌਬਸ ਦੇ ਉੱਤੇ ਵੀ ਥੋੜਾ ਇਨਸਿਕਿਉਰਿਟੀ ਆਏਗੀ? ਇੰਪੈਕਟ ਤਾਂ ਕਿਤੇ ਨਾ ਕਿਤੇ ਕਿਸੇ ਕੋਈ ਵੀ ਚੀਜ਼ ਹੁੰਦੀ ਹੈ ਤਰਨ ਜੀ, ਉਹਦਾ ਇੰਪੈਕਟ ਕਿਤੇ ਨਾ ਕਿਤੇ ਖੱਬੇ ਸੱਜੇ ਜ਼ਰੂਰ ਆਂਦਾ ਹੈਗਾ। ਸੋ ਐਬਸੋਲੂਟਲੀ ਕੁਡ ਬੀ ਕਿ ਦਾ ਇੰਪੈਕਟ ਆਉਣ ਵਾਲੇ ਬਟ ਇਸ ਟਾਈਮ ਤੇ ਜਿਹੜੇ ਵੀ ਫੋਰਨ ਵਰਕਰਸ ਨਾਰਮਲੀ ਹੁੰਦੇ ਨੇ, ਜਿਹੜੇ ਕੋਈ ਆਪਾਂ ਫੈਡਰਲ ਸਕਿਲਡ ਵਰਕਰ ਦੀ ਗੱਲ ਕਰ ਰਹੇ। ਸੋ ਫੈਡਰਲ ਸਕਿਲਡ ਵਰਕਰ ਮਤਲਬ ਹੋ ਗਿਆ ਕਿ ਨੌਕ OAB ਦੀ ਐਪਲੀਕੈਂਟਸ ਹੋ ਗਏ। ਸੋ ਨੌਕ OAB ਦੇ ਵਿੱਚ ਜੇ ਵੀ ਕੋਈ ਵੀ ਐਪਲੀਕੈਂਟ ਕੰਮ ਕਰ ਰਿਹਾ ਹੈਗਾ ਤੇ ਉਹ ਤਾਂ ਪਹਿਲੀ ਸਕਿਲਡ ਜੌਬ ਦੇ ਵਿੱਚ ਬੈਠਾ ਹੋਇਆ। ਸੋ ਉਹਨਾਂ ਨੂੰ ਵਾਪਸ ਜਾਣ ਦੀ ਲੋੜ ਨਹੀਂ ਹੈਗੀ। ਆਰਟੀਕਲ ਪਤਾ ਨਹੀਂ ਕਿਸ ਐਸਪੈਕਟ ਨਾਲ ਕੀਤਾ ਗਿਆ, ਬਿਕੋਜ਼ ਬੈਕਲੌਗ ਨੂੰ ਦੇਖਦੇ ਹੋਇਆ ਕਿ ਬੈਕਲੌਗ ਦਾ ਟਾਈਮ ਵਧਿਆ ਹੋਇਆ, ਬਿਕੋਜ਼ 1.3 ਮਿਲੀਅਨ ਐਪਲੀਕੇਸ਼ਨਸ ਇਹੋ ਜਿਹੀਆਂ ਹੈਗੀਆਂ ਜਿਹੜੇ ਟਾਈਮ ਤੋਂ ਬਿਯੋਂਡ ਚਲੀਆਂ ਗਈਆਂ। ਉਹਨਾਂ ਨੂੰ ਹਲੇ ਵੀ ਟਰੈਕ ਤੇ ਆਂਦੇ ਹੋਰ ਟਾਈਮ ਲੱਗੇਗਾ। ਇਹ ਨਹੀਂ ਜਿਹੜਾ ਅਸੀਂ ਐਂਟੀਸਪੇਟ ਕਰ ਰਹੇ ਸੀਗੇ ਕਿ ਦਸੰਬਰ ਦੇ ਐਂਡ ਤੱਕ, ਹੋ ਸਕਦਾ ਕਿ ਕੁਝ ਮਹੀਨੇ ਹੋਰ ਅੱਗੇ ਲੱਗ ਜਾਣ। ਗਵਰਨਮੈਂਟ ਇਜ਼ ਡੂਇੰਗ ਆਲ ਦਾ ਐਫਰਟਸ ਬਟ ਹਲੇ ਵੀ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਵਿੱਚ ਟਾਈਮ ਲੱਗਣ ਦੀ ਉਮੀਦ ਹੈਗੀ ਹੈ। ਗੱਲ ਕਰਾਂਗੇ ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ ਤਰਨਜੀਤ, ਸਤਿ ਸ਼੍ਰੀ ਅਕਾਲ ਮਨੁਦੱਤਾ ਸਾਹਿਬ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਔਰ ਮੈਂ ਸਵਾਲ ਇਹ ਪੁੱਛਣਾ ਜੀ, ਬਈ ਬੰਦਾ ਬਿਲਕੁਲ ਪੜ੍ਹਿਆ ਲਿਖਿਆ ਨਹੀਂ, ਗਿਆ ਹੀ ਨਹੀਂ ਸਕੂਲ, 6ਵੀਂ 7ਵੀਂ ਚੋਂ ਹਟ ਗਿਆ ਤੇ ਹੈ ਉਹ ਇੰਡੀਆ ਦੇ ਵਿੱਚ ਹੈ, ਪੰਜਾਬ ਦੇ ਵਿੱਚ ਹੀ ਰਹਿੰਦਾ, ਤੇ ਉਹਦਾ ਕੋਈ ਮਨੁਦੱਤਾ ਸਾਹਿਬ ਕੋਈ ਹੈ ਹੱਲ ਵੀ ਉਹ ਕੈਨੇਡਾ ਚ ਆ ਕੇ ਵਿਚਾਰਾ ਇਸ ਵਧੀਆ ਕੰਟਰੀ ਚ ਪਹੁੰਚ ਜੇ? ਵੈਸੇ ਨਾਲ ਉਹਨੇ ਵਿੱਚ ਜਾ ਕੇ ਬਾਅਦ ਦੇ ਵਿੱਚ ਇਧਰੋਂ ਪਤਾ ਨਹੀਂ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਕੋਈ ਭਈਆ ਰਾਣੀ ਵੀ ਲਿਆ ਜਾ ਕੇ ਤੇ ਉਹ 2 ਬੱਚੇ ਵੀ ਹੋ ਗਏ, ਪਰ ਹੈ ਬਿਲਕੁਲ ਅਨਪੜ੍ਹ ਹੈ। ਕਿ ਮਨੁਦੱਤਾ ਸਾਹਿਬ ਇਹ ਦੱਸੋ ਵੀ ਕੋਈ ਇੱਥੇ ਜਿਹੜੇ ਫਾਰਮਰ ਵਗੈਰਾ ਨੇ, ਫਾਰਮਾਂ ਦੇ ਵਿੱਚ ਜਿੱਦਾਂ ਗਾਇਆਂ ਦਾ ਕਾਕੰਡਾ ਪਾਉਣਾ, ਪਾਣੀ ਧਾਣੀ ਪਿਲਾਉਣਾ, ਜਾਂ ਪੋਲਟਰੀ ਫਾਰਮ ਵਗੈਰਾ ਜਿਹੜੇ ਮੁਰਗੀਆਂ ਵਰਗੀਆਂ ਨੂੰ ਦਾਣਾ ਫੱਕਾ ਪਾਉਣੇ ਵਾਸਤੇ ਬਈ ਕੋਈ ਹੱਲ ਹੈ? ਉਹ ਆ ਸਕਦਾ ਜੀ? ਤੁਸੀਂ 2 ਬੱਚੇ ਨੇ, ਭਈਆ ਰਾਣੀ ਨਾਲ ਵਿਆਹ ਕਰਾਇਆ ਹੋਇਆ ਤੇ 2 ਬੱਚੇ ਉਹਦੇ ਕੋਲ, ਹੈ ਅਨਪੜ੍ਹ ਬੰਦਾ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਤੇ ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ?
ਹਾਂ ਤਰਨ ਜੀ, ਸਤਿ ਸ਼੍ਰੀ ਅਕਾਲ ਜੀ। ਤਰਨ ਜੀ, ਮੈਂ ਇੱਕ ਕੁਐਸਚਨ ਪੁੱਛਿਆ ਸੀਗਾ, ਜਿਹੜਾ ਫਾਈਲ ਨੰਬਰ ਇਸ਼ੂ ਹੋਇਆ ਉਸ ਤੋਂ ਬਾਅਦ ਕੋਈ ਫਸਾ ਨਹੀਂ ਜੀ ਪਤਾ ਕਰਨਾ। ਬਿਲਕੁਲ ਜੀ, ਤੁਹਾਨੂੰ ਟੀਵੀ ਸਕਰੀਨ ਤੇ ਆਨਸਰ ਦੇ ਰਹੇ ਹਾਂ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਤੇ ਅਸੀਂ ਬੇਨਤੀ ਚਾਹਾਂਗੇ ਕਿਸੇ ਕਮਿਊਨਿਟੀ ਦਾ ਨਾਮ ਇਦਾਂ ਆਪਾਂ ਥੋੜੇ ਜਿਹੇ ਬੈਟਰ ਵੇ ਨਾਲ ਲਈਏ। ਪਹਿਲਾਂ ਜਿਨ੍ਹਾਂ ਨੇ ਫਾਈਲ ਨੰਬਰ ਦੀ ਗੱਲ ਕੀਤੀ ਸੀ ਉਹਨਾਂ ਦੀ ਆਪਾਂ ਗੱਲ ਕਰ ਲਈਏ ਕਿ 2020 ਦੇ ਵਿੱਚ ਲੋਟਰੀ ਦੇ ਵਿੱਚ ਉਹਨਾਂ ਨੇ ਕਿਹਾ ਸੀ 2021 ਦੇ ਵਿੱਚ ਉਹਨਾਂ ਦੀ ਪਿਕ ਹੋਈ ਆ। 3 ਮਹੀਨੇ ਹੋ ਗਏ ਨੇ ਫਾਈਲ ਨੰਬਰ ਆਈ ਨੂੰ, ਬਟ ਅਜੇ ਕੋਈ ਅੱਗੇ ਰਿਪਲਾਈ ਨਹੀਂ ਆਇਆ ਜੀ। ਤੇ 2.5 ਤੋਂ 3.5 ਮਹੀਨੇ 2.5 ਤੋਂ 3.5 ਸਾਲ ਦਾ ਪ੍ਰੋਸੈਸਿੰਗ ਟਾਈਮ ਹੈਗਾ ਜੀ, ਜਦੋਂ ਐਪਲੀਕੇਸ਼ਨ ਤੁਸੀਂ ਪੂਰੇ ਸਬਮਿਟ ਕਰ ਦਿੱਤੇ। ਸੋ ਯੂ ਆਰ ਵੈਲ ਵਿਦਿਨ ਟਾਈਮ ਜੀ। 21 ਦੇ ਵਿੱਚ ਤੁਹਾਡੀ ਐਪਲੀਕੇਸ਼ਨ ਪਿਕ ਹੋਈ ਹੈ। ਇਟ ਇਜ਼ ਲੈਸ ਦੈਨ 1 ਈਅਰ ਐਜ਼ ਆਫ ਟੁਡੇ, ਐਂਡ ਤੁਹਾਡੀ ਐਪਲੀਕੇਸ਼ਨ ਸਬਮਿਟ ਕੀਤੇ ਹੋਏ ਤਾਂ ਹੋਰ ਵੀ ਘੱਟ ਟਾਈਮ ਹੋਇਆ ਹੋਣਾ। ਸੋ ਬੀ ਪੇਸ਼ੈਂਟ, ਯੂ ਆਰ ਵੈਲ ਵਿਦਿਨ ਦਾ ਟਾਈਮ ਜੀ। ਬਿਲਕੁਲ ਜੀ। ਤੇ ਜਿਨ੍ਹਾਂ ਨੇ ਹੁਣੇ ਗੱਲ ਕੀਤੀ ਸੀ ਕਿ ਪੜ੍ਹੇ ਲਿਖੇ ਨਹੀਂ ਹੈਗੇ ਪਰ ਕੈਨੇਡਾ ਆਉਣ ਲਈ ਕੋਈ ਓਪਰਚੁਨਿਟੀ ਬਣ ਸਕਦੀ ਹੈ ਜੀ, ਬਿਲਕੁਲ ਜੀ। ਪਹਿਲੀ ਗੱਲ ਤਾਂ ਵਿਜ਼ਿਟਰ ਤੇ ਆ ਸਕਦੇ ਨੇ। ਵਿਜ਼ਿਟਰ ਤੇ ਜਦੋਂ ਵੀ ਐਪਲੀਕੇਸ਼ਨਸ ਲੱਗਦੀਆਂ ਹੈਗੀਆਂ, ਸਭ ਤੋਂ ਪਹਿਲਾਂ ਤਾਂ ਦੇਖਿਆ ਜਾਂਦਾ ਕਿ ਹੋਸਟ ਜਿਹੜਾ ਬੁਲਾਉਣ ਵਾਲੇ ਆ ਉਹ ਕਿੰਨੇ ਐਸਟੈਬਲਿਸ਼ਡ ਹੈਗੇ ਨੇ, ਫਾਈਨੈਂਸ਼ੀਅਲੀ ਕਿਸ ਤਰ੍ਹਾਂ ਦੇ ਰਿਸੋਰਸਿਸ ਹੈਗੇ ਨੇ, ਤੁਸੀਂ ਜਿਨ੍ਹਾਂ ਨੂੰ ਬੁਲਾ ਰਹੇ ਹੋ ਉਹਨਾਂ ਦੀ ਬੋਰਡਿੰਗ ਲੌਜਿੰਗ ਨੂੰ ਲੁੱਕ ਆਫਟਰ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਹੁਣ ਦੂਸਰੀ ਚੀਜ਼ ਆ ਗਈ, ਜਿਹੜਾ ਐਪਲੀਕੈਂਟ ਹੈਗਾ, ਜਦੋਂ ਐਪਲੀਕੈਂਟ ਆਪਣੀ ਐਪਲੀਕੇਸ਼ਨ ਪੁੱਟ ਅਪ ਕਰ ਰਹੇ ਨੇ, ਉਹ ਆਪਣੇ ਕੰਟਰੀ ਦੇ ਵਿੱਚ ਕਿੰਨੇ ਐਸਟੈਬਲਿਸ਼ਡ ਹੈਗੇ ਨੇ, ਫਾਈਨੈਂਸ਼ੀਅਲੀ ਉਹ ਕਿੰਨੇ ਸਿਕਿਉਰ ਹੈਗੇ ਨੇ, ਫਾਈਨੈਂਸ਼ੀਅਲੀ ਰਿਸੋਰਸਿਸ ਕਿਸ ਤਰ੍ਹਾਂ ਦੇ ਹੈਗੇ ਨੇ, ਉਹਨਾਂ ਕੋਲ ਇੰਨਾ ਕੁ ਪੈਸਾ ਹੈਗਾ ਆ ਕਿ ਉਹ ਟਰੈਵਲ ਅਫੋਰਡ ਕਰ ਸਕਦੇ ਨੇ। ਜੇ ਆਹ ਸਾਰੀ ਚੀਜ਼ਾਂ ਹੈਗੀਆਂ ਤਾਂ ਵਿਜ਼ਿਟਰ ਵੀਜ਼ਾ ਇਜ਼ ਵਨ ਆਪਸ਼ਨ। ਦੂਸਰੀ ਚੀਜ਼ ਹੈਗੀ ਜੀ, ਜੇ ਕੋਈ ਉਹਨਾਂ ਦੇ ਫਾਰਮ ਲੇਬਰ ਦਾ, ਫਾਰਮ ਹੈਲਪਰ ਦਾ, ਫਾਰਮ ਓਨਰ ਦਾ ਐਕਸਪੀਰੀਅੰਸ ਹੈਗਾ ਤਾਂ ਬਿਲਕੁਲ ਜੀ ਉਸ ਵਰਕ ਪਰਮਿਟ ਦੇ ਉੱਤੇ ਵੀ ਆ ਸਕਦੇ ਨੇ। ਬਟ ਪਰਮਾਨੈਂਟ ਰੈਜ਼ੀਡੈਂਸੀ ਲੈਣ ਵੇਲੇ ਉਹਨਾਂ ਨੂੰ ਥੋੜਾ ਇਸ਼ੂ ਚੈਲੰਜ ਜ਼ਰੂਰ ਰਹੇਗਾ, ਬਿਕੋਜ਼ ਨਾਰਮਲੀ PNP ਪ੍ਰੋਗਰਾਮ ਜਿੰਨੇ ਵੀ ਹੈਗੇ ਨੇ ਉਹਨਾਂ ਦੇ ਵਿੱਚ ਤੇ ਗ੍ਰੇਡ 12 ਤੇ 4 ਬੈਂਡ ਆਈਲੈਟ ਦੀ ਰਿਕੁਆਇਰਮੈਂਟ ਜ਼ਰੂਰ ਹੈਗੀ ਹੈ ਪਰਮਾਨੈਂਟ ਰੈਜ਼ੀਡੈਂਸੀ PNP ਇਸ਼ੂ ਕਰਨ ਵਾਸਤੇ। ਸੋ ਉਹ ਚੈਲੰਜ ਉਹਨਾਂ ਵਾਸਤੇ ਜ਼ਰੂਰ ਰਹੇਗਾ ਜੀ। ਜੀ ਬਿਲਕੁਲ। ਤੇ ਹੁਣ ਲਗਭਗ ਸਮਾਂ ਆਪਣਾ ਸਾਡਾ ਇਜਾਜ਼ਤ ਲੈਣ ਵੱਲ ਅੱਗੇ ਵਧ ਰਿਹਾ ਵਾ। ਸੋ ਬੜੀ ਔਖੀ ਓਪਰਚੁਨਿਟੀ ਮਿਲੀ ਆ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਐਪਲੀਕੇਸ਼ਨ ਦੇ ਵਿੱਚ ਵੀ। ਸੋ ਕੀ ਕਹਿਣਾ ਚਾਹੋਗੇ ਅਖੀਰ 'ਚ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ? ਇੱਕੋ ਹੀ ਚੀਜ਼ ਜੀ, ਆਪਣੀ ਐਪਲੀਕੇਸ਼ਨ 23,100 ਲੱਕੀ ਐਪਲੀਕੈਂਟਸ ਹੈਗੇ ਨੇ, 23,100 ਜਿਨ੍ਹਾਂ ਦੇ ਕੋਲ ਇਨਵੀਟੇਸ਼ਨਸ ਆ ਰਹੇ ਨੇ। ਸੋ ਪਲੀਜ਼ ਮੇਕ ਸ਼ੋਰ ਕਿ ਕੋਈ ਵੀ ਕਮੀ ਪੇਸ਼ੀ ਤੁਹਾਡੇ ਐਪਲੀਕੇਸ਼ਨ ਦੇ ਵਿੱਚ ਨਾ ਰਹਿ ਜਾਵੇ, ਜਿਹਦੇ ਕਰਕੇ ਤੁਹਾਡੀ ਐਪਲੀਕੇਸ਼ਨ ਡਿਲੇ ਹੋ ਜਾਂ ਵਾਪਸ ਆ ਜਾਵੇ। ਸੋ ਡੂ ਇਟ ਪ੍ਰੋਫੈਸ਼ਨਲੀ ਐਂਡ ਡੂ ਇਟ ਰਾਈਟ ਦਾ ਫਸਟ ਟਾਈਮ। ਜਿਸ ਵੀ ਕੰਸਲਟੈਂਟ ਲਾਇਰ ਤੇ ਟਰਸਟ ਕਰਦੇ ਹੋ, ਉਹਨਾਂ ਨਾਲ ਤੁਹਾਡੇ ਆਸ-ਪਾਸ ਰਹਿੰਦੇ ਨੇ, ਤੁਸੀਂ ਸਰੀ ਦੇ ਵਿੱਚ ਹੈਗੇ ਹੋ, ਮੈਨੀਟੋਬਾ ਦੇ ਵਿੱਚ ਹੈਗੇ ਹੋ, ਕਿਤੇ ਵੀ ਤੁਸੀਂ ਹੈਗੇ ਹੋ, ਉੱਥੇ ਮੇਕ ਸ਼ੋਰ ਯੂ ਯੂਜ਼ देयर ਸਰਵਿਸਿਜ਼ ਤਾਂ ਕਿ ਤੁਹਾਨੂੰ ਪ੍ਰੋਫੈਸ਼ਨਲ ਐਡਵਾਈਸ ਔਰ ਸਰਵਿਸਿਜ਼ ਮਿਲ ਸਕੇ। ਇਨ ਕੇਸ ਤੁਸੀਂ ICC ਨਾਲ ਕੰਟੈਕਟ ਕਰ ਸਕਦੇ ਹੋ ਤੇ ਤੁਹਾਨੂੰ ਕੈਨੇਡਾ ਬੈਠੇ ਅਸੀਂ ਮਿਸੀਸਾਗਾ ਆਫਿਸ ਤੋਂ ਤੁਹਾਡੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹਾਂ। ਉਹਦੇ ਵਾਸਤੇ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਦੂਜੀ ਚੀਜ਼ ਕਿ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਿਹੜੇ ਗ੍ਰੇਡ 12 ਕਰਕੇ ਆਏ ਹੋਏ ਨੇ, ਦੇ ਸ਼ੁੱਡ ਬੀ ਸੀਰੀਅਸਲੀ ਲੁਕਿੰਗ ਐਟ ਕਿ ਕਰੰਟ ਪ੍ਰੋਗਰਾਮ ਇਹੋ ਜਿਹਾ ਕਿਹੜਾ ਚੱਲ ਰਿਹਾ ਹੈਗਾ ਜਿਹਦੇ ਵਿੱਚ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਪੋਸੀਬਲ ਹੋ ਸਕਦੀ ਹੈ। ਕਹਿੰਦੇ ਆ ਉੜਦੀ ਚਿੜੀਆਂ ਨਾ ਫੜੋ, ਜਿਹੜੀਆਂ ਬੈਠੀਆਂ ਹੋਈਆਂ ਸਾਹਮਣੇ ਉਸ ਪ੍ਰੋਗਰਾਮ ਦੇ ਉੱਤੇ ਫੋਕਸ ਰੱਖੋ। ਸੋ TR to PR ਜਿਹੜਾ ਆਣਾ ਆ, ਕਦੋਂ ਆਣਾ ਆ, ਉਹ ਆਉਣ ਵਾਲਾ ਟਾਈਮ ਦੱਸੇਗਾ। ਬਟ ਅੱਜ ਦੀ ਤਰੀਕ ਦੇ ਜਿਹੜਾ ਸਾਹਮਣੇ ਪ੍ਰੋਗਰਾਮ ਤੁਹਾਡੇ ਕੋਲ ਹੈਗਾ ਆ ਉਹ ਦੇਖੋ, ਐਂਡ ਕਿਸੇ ਕੰਸਲਟੈਂਟ ਲਾਇਰ ਦੇ ਕੋਲ ਬੈਠ ਕੇ ਜੇ ਤੁਹਾਡਾ ਸਕੋਰ 400 ਤੋਂ ਥੱਲੇ ਹੈਗਾ ਤੇ ਤੁਸੀਂ ਐਕਸਪ੍ਰੈਸ ਐਂਟਰੀ ਤੇ ਪਿਕ ਹੀ ਨਹੀਂ ਹੋਣ ਵਾਲੇ, ਤੇ ਦੇਖੋ ਕਿਹੜੀ ਆਪਸ਼ਨ ਵਰਕ ਕਰੇਗੀ। ਹੁਣ ਓਨਟਾਰੀਓ ਨੇ ਵੀ ਪਿੱਛੇ ਤਰਨ ਜੀ ਡਰਾ ਕੀਤਾ ਤੇ 266 ਦੇ ਉੱਤੇ ਟ੍ਰੇਡ ਦਾ ਡਰਾ ਆਇਆ ਹੈਗਾ 29 ਤੋਂ। ਸੋ ਉਹਦੇ ਵਿੱਚ ਵੀ ਬੱਚੇ ਗਏ ਨੇ। ਸੋ ਤੁਹਾਨੂੰ ਦੇਖਣਾ ਆ ਕਿ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਵਰਕ ਕਰ ਰਿਹਾ ਹੈਗਾ। ਸੋ ਉਸ ਪ੍ਰੋਗਰਾਮ ਦੇ ਉੱਤੇ ਫੋਕਸ ਰੱਖੋ। ਐਂਡ ਇਨ ਕੇਸ ਓਨਟਾਰੀਓ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ PR ਤੁਹਾਡੇ ਆਈਲੈਟ ਦੇ ਬੈਂਡ ਉਸ ਤਰ੍ਹਾਂ ਦੇ ਨਹੀਂ ਹੈਗੇ ਤੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਥੋੜੀ ਜਿਹੀ ਮੁਸ਼ਕਲ ਨਜ਼ਰ ਆ ਰਹੀ ਹੈ, ਤੇ ਲੁੱਕ ਫॉर ਅ ਪ੍ਰੋਵਿੰਸ, ਲੁੱਕ ਫॉर ਐਨ EMPLOYER ਜਿਹੜਾ ਤੁਹਾਨੂੰ ਹੈਲਪ ਕਰਨ ਵਾਸਤੇ ਤਿਆਰ ਆ। ਇਨ ਕੇਸ ਤੁਸੀਂ ਕੈਨੇਡਾ ਦੇ ਵਿੱਚ ਕਿਤੇ ਵੀ ਬੈਠੇ ਹੋ, ਕਿਸੇ ਵੀ ਰਿਮੋਟ ਇੰਟੀਰੀਅਰ ਦੇ ਵਿੱਚ ਬੈਠੇ ਹੋ, ਤੁਹਾਡਾ EMPLOYER LMI ਹੈ, PNP ਵਾਸਤੇ ਹੈਲਪ ਕਰਨ ਵਾਸਤੇ ਤਿਆਰ ਹੈ, ਤੇ ICC ਨਾਲ ਕੰਟੈਕਟ ਕਰੋ। ਵੀ ਵਿਲ ਅਸਿਸਟ ਯੂ ਐਂਡ ਪ੍ਰੋਫੈਸ਼ਨਲੀ ਹੈਲਪ ਯੂ ਵਿਦ ਆਲ ਯੂਰ ਐਪਲੀਕੇਸ਼ਨਸ। ਐਂਡ ICC ਇਮੀਗ੍ਰੇਸ਼ਨ ਤੇ ਇੱਕ ਚੀਜ਼ ਜੋ ਅਸੀਂ ਜ਼ਰੂਰ ਫਕਰ ਨਾਲ ਕਹਿੰਦੇ ਹਾਂ, RD ਤੇ MD ਤੋਂ ਇਲਾਵਾ ਸਾਡੇ ਆਫਿਸ ਦੇ ਵਿੱਚ 3 ਹੋਰ ਰੈਗੂਲੇਟਡ ਕੰਸਲਟੈਂਟਸ ਹੈਗੇ ਨੇ, ਐਂਡ ਦੇ ਆਰ ਦਾ ਵਨਸ ਜਿਹੜੀ ਪ੍ਰੋਸੈਸਿੰਗ ਵੀ ਹੈਗੀ ਹੈ ਸਾਡੇ ਪੂਰੀ ਟੀਮ ਵੱਲੋਂ, ਉਹ ਰੈਗੂਲੇਟਡ ਕੰਸਲਟੈਂਟ ਹੀ ਤੁਹਾਡੀ ਫਾਈਲ ਦੇ ਉੱਤੇ ਕੰਮ ਕਰਦਾ। ਇਟ ਇਜ਼ ਨਾਟ ਅ ਡਾਟਾ ਐਂਟਰੀ ਕਲਰਕ ਜਿਹੜਾ ਤੁਹਾਡੀ ਫਾਈਲ ਦੇ ਉੱਤੇ ਕੰਮ ਕਰਦਾ। ਸੋ ਐਟ ICC ਇਮੀਗ੍ਰੇਸ਼ਨ ਅਸੀਂ ਪ੍ਰੋਫੈਸ਼ਨਲ ਸਰਵਿਸਿਜ਼ ਵਾਸਤੇ ਜਾਣੇ ਜਾਂਦੇ ਆ। ਐਂਡ ਜੇ ਤੁਸੀਂ ਬਿਜ਼ਨਸਮੈਨ ਹੈਗੇ ਹੋ ਬੈਕ ਹੋਮ ਤੇ ਐਂਡ ਲੁਕਿੰਗ ਫॉर ਆਪਸ਼ਨਸ ਟੂ ਸੈਟਲ, ਇਸ ਟਾਈਮ ਤੇ ਬਹੁਤ ਅੱਛੀ ਆਪਸ਼ਨਸ ਆ। ਡੂ ਨਾਟ ਵੇਟ। ਆਪਸ਼ਨਸ ਜਦੋਂ ਤੁਹਾਡੇ ਸਾਹਮਣੇ ਹੋਣ ਉਹਨਾਂ ਨੂੰ ਗ੍ਰੈਬ ਕਰ ਲੈਣਾ ਚਾਹੀਦਾ। ਡੂ ਨਾਟ ਵੇਟ ਕਿ ਮੈਂ ਕੱਲ ਨੂੰ ਕਰੂੰਗਾ, ਪਰਸੋਂ ਨੂੰ ਕਰੂੰਗਾ। 6 ਮਹੀਨੇ 'ਚ ਇਹਨੂੰ ਪ੍ਰੋਗਰਾਮ ਚੇਂਜਸ ਆ ਜਾਂਦੀਆਂ ਹੈਗੀਆਂ ਇੰਪਲੀਮੈਂਟੇਸ਼ਨ ਦੇ ਵਿੱਚ। ਐਂਡ ਇਨ ਕੇਸ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ ਵਿਜ਼ਿਟ ਵੀਜ਼ਾ ਤੇ,
ਹਲੇ ਵੀ ਜੇ ਤੁਹਾਨੂੰ LMIA ਮਿਲਦਾ ਹੈਗਾ, ਗੈਟ ਅਪ ਵਰਕ ਪਰਮਿਟ ਰਾਈਟ ਨਾਓ, ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜੀ ਪਬਲਿਕ ਪਾਲਿਸੀ ਹੈਗੀ ਹੈ ਫੈਬਰਰੀ ਤੱਕ ਚੱਲ ਰਹੀ ਹੈਗੀ ਹੈ, ਉਹਦਾ ਫਾਇਦਾ ਲਓ। ਦੂਸਰੀ ਚੀਜ਼ ਹੈਗੀ ਹੈ ਕਿ PNP ਦੇ ਥਰੂ ਤੁਸੀਂ PR ਵਾਸਤੇ ਆਪਸ਼ਨਸ ਤੁਹਾਡੀਆਂ ਵਰਕਆਊਟ ਹੋ ਜਾਣਗੀਆਂ। ਐਂਡ ਇਨ ਕੇਸ ਤੁਸੀਂ ਤੁਸੀਂ ਕਲੋਜ਼ਡ ਵਰਕ ਪਰਮਿਟ ਤੇ ਹੋ, ਤੁਹਾਡੇ ਸਪਾਊਸ ਓਪਨ ਵਰਕ ਪਰਮਿਟ ਤੇ ਹੈਗੇ, ਤੁਹਾਡੀ PR ਕਿਸੇ ਵੀ PNP ਦੇ ਵਿੱਚ ਨਹੀਂ ਹੋ ਰਹੀ, ਬਿਕੋਜ਼ BC ਦੇ ਵਿੱਚ, ਅਲਬਰਟਾ ਦੇ ਵਿੱਚ ਤੇ ਓਨਟਾਰੀਓ ਦੇ ਵਿੱਚ ਚੇਂਜਸ ਇਸ ਤਰ੍ਹਾਂ ਦੀਆਂ ਹੈਗੀਆਂ ਕਿ PNP ਦੇ ਵੀ ਸਕੋਰ ਤੁਹਾਨੂੰ ਮੈਟਰ ਕਰਦੇ ਨੇ। ਸੋ ਜੇ ਤੁਹਾਡਾ ਸਪਾਊਸ ਓਪਨ ਵਰਕ ਪਰਮਿਟ ਤੇ ਹੈਗਾ, ਕਮ ਐਂਡ ਡਿਸਕਸ ਕਿ ਉਹਨਾਂ ਵਾਸਤੇ ਕਿਹੜੀ ਆਪਸ਼ਨ ਹੈ, ਕਿਹੜਾ PNP ਉਹਨਾਂ ਵਾਸਤੇ ਬੈਸਟ ਵਰਕ ਕਰ ਸਕਦਾ। ਬਿਲਕੁਲ ਸਰ, ਤੁਹਾਡੇ ਨਾਲ ਕਦੋਂ ਕਿਵੇਂ ਕਿੱਥੇ ਕੰਟੈਕਟ ਕੀਤਾ ਜਾ ਸਕਦਾ? ਤਰਨ ਜੀ ਹੈਡ ਆਫਿਸ ਸਾਡਾ ਮਿਸਿਸਾਗਾ ਦੇ ਵਿੱਚ ਹੈਗਾ ਜੀ, 1137 ਡੇਰੀ ਰੋਡ ਈਸਟ। ਈਮੇਲ ਆਈਡੀ ਹੈਗਾ info@iccimmigration.ca। ਫੋਨ ਨੰਬਰ ਹੈਗਾ ਜੀ 905-461-2424, 905-461-2424, ਐਂਡ WhatsApp ਨੰਬਰ ਹੈਗਾ 647-850-9000, 647-850-9000। ਥੈਂਕ ਯੂ ਸੋ ਮਚ ਪ੍ਰੋਗਰਾਮ ਚੁਣਨ ਲਈ। ਥੈਂਕ ਯੂ ਜੀ। ਸੋ ਦੋਸਤੋ, ਬਹੁਤ ਹੀ ਮੁਸ਼ਕਿਲ ਨਾਲ ਜਿਨ੍ਹਾਂ ਦੇ ਲੋਟਰੀ ਦੇ ਵਿੱਚ ਡਰਾਸ ਦੇ ਵਿੱਚ ਨੰਬਰ ਆਏ ਨੇ, ਸੋ ਕਿਤੇ ਆਪਣੀ ਗਲਤੀ ਦੇ ਕਰਕੇ ਇਹ ਓਪਰਚੁਨਿਟੀ ਨਾ ਗਵਾ ਲਿਓ। ਭਰੋਸੇਮੰਦ ਕੰਸਲਟੈਂਟ ਦੀ ਸਲਾਹ ਜ਼ਰੂਰ ਲਿਓ। ICICI ਇਮੀਗ੍ਰੇਸ਼ਨ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ, ਡਿਟੇਲਸ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਨੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।